ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਮੈਂ ਸਵਾਗਤ ਕਰਦਾ ਆਪਣੀ ਇਸ YouTube ਚੈਨਲ ਟੈਕਨੀਕਲ ਕਾਮਰਸ 'ਤੇ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਬਿਜ਼ਨਸ ਸਟੱਡੀ ਦਾ ਇੱਕ ਲੈਂਥੀ ਅਤੇ ਇੰਪੋਰਟੈਂਟ ਚੈਪਟਰ, ਜਿਸ ਨੂੰ ਤੁਸੀਂ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਬਿਲਕੁਲ ਵੀ ਇਗਨੋਰ ਨਹੀਂ ਕਰਕੇ ਜਾ ਸਕਦੇ। ਦੈਟ ਇਜ਼ ਆਰ ਸਟਾਫਿੰਗ। ਠੀਕ ਹੈ, ਲੈਂਥੀ ਹੈ ਥੋੜ੍ਹਾ ਜਿਹਾ ਚੈਪਟਰ, ਬਟ ਇੰਟਰਸਟਿੰਗ ਔਰ ਪ੍ਰੈਕਟੀਕਲ ਪੁਆਇੰਟ ਆਫ ਵਿਊ ਨਾਲ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਪੜ੍ਹਨ 'ਚ ਬੜਾ ਹੀ ਮਜ਼ੇਦਾਰ ਹੈ। ਠੀਕ ਹੈ, ਬੇਸਿਕ ਜੀ ਗੱਲਾਂ ਕਰਨੀਆਂ ਹੈਗੀਆਂ ਜੋ ਕਿ ਆਪਾਂ ਆਮ रूटीन च करते रहने ਹੈਗੇ ਤੇ ਚੈਪਟਰ ਆਪਣਾ ਖਤਮ ਵੀ ਹੋ ਜਾਣਾ, ਆਪਾਂ ਨੂੰ ਪਤਾ ਵੀ ਨਹੀਂ ਲੱਗਣਾ। ਠੀਕ ਹੈ, ਤਾਂ ਚਲੋ ਕਰੀਏ ਸ਼ੁਰੂ। ਸਟਾਫਿੰਗ ਦਾ ਸਿੰਪਲੀ ਅਗਰ ਆਪਾਂ ਮਤਲਬ ਲਗਾ ਕੇ ਦੇਖੀਏ ਤਾਂ ਹੁੰਦਾ ਕੀ ਹੈ। ਸਟਾਫਿੰਗ ਇੱਕ ਐਸਾ ਪ੍ਰੋਸੈਸ ਹੈ ਜਿਹਦੇ 'ਚ ਆਪਾਂ ਮੇਨ ਫੋਕਸ ਕਿਸ ਚੀਜ਼ ਦੇ ਉੱਪਰ ਕਰਦੇ ਹਾਂ, ਪੁਟਿੰਗ ਦ ਰਾਈਟ ਪਰਸਨ ਇਨਟੂ ਰਾਈਟ ਜੌਬ। ਠੀਕ ਹੈ ਨਾ, ਸਿੰਪਲ ਜਗ੍ਹਾ ਪੁਟਿੰਗ ਦ ਰਾਈਟ ਪਰਸਨ ਇਨ ਰਾਈਟ ਜੌਬ। ਇਹ ਆਪਣਾ ਮੇਨ ਕੰਮ ਹੈ ਸਟਾਫਿੰਗ ਪ੍ਰੋਸੈਸ ਦੇ ਅੰਦਰ ਜਾਂ ਫਿਰ ਸਟਾਫਿੰਗ ਸਟੇਜ ਦੇ ਅੰਦਰ। ਠੀਕ ਹੈ, ਤਾਂ ਸਟਾਫਿੰਗ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਨਾਮ ਤੋਂ ਕਲੀਅਰ ਹੈ, ਡੀਲ ਕਿਹਦੇ ਨਾਲ ਕਰ ਰਿਹਾ ਹੋਏਗਾ ਕਿਤੇ ਨਾ ਕਿਤੇ ਹਿਊਮਨ। ਠੀਕ ਹੈ ਨਾ, ਫੈਕਟਰ। ਹਿਊਮਨ ਫੈਕਟਰ ਨਾਲ ਡੀਲ ਕਰਨ ਵਾਸਤੇ ਮੈਨੇਜਮੈਂਟ ਦਾ ਜਿਹੜਾ ਫੰਕਸ਼ਨ ਹੈਗਾ ਉਹ ਆਪਣੇ ਕੋਲ ਕਿਹੜਾ ਸਟਾਫਿੰਗ ਹੈ। ਹੁਣ ਸਟਾਫਿੰਗ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕਿਹੜੀ ਕਿਹੜੀ ਚੀਜ਼ਾਂ ਨਾਲ ਮਿਲ ਕੇ ਬਣੇ ਆਪਣੇ ਕੋਲ। ਠੀਕ ਹੈ, ਮੀਨਿੰਗ ਦੇ ਉੱਪਰ ਥੋੜਾ ਜਿਹਾ ਫੋਕਸ ਕਰਦੇ ਹਾਂ। ਇਟ ਕੰਸਿਸਟ ਆਫ ਮੈਨ ਪਾਵਰ ਪਲੈਨਿੰਗ। ਠੀਕ ਹੈ ਨਾ, ਮੇਨ ਫੋਕਸ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕਿਸ ਚੀਜ਼ ਦੇ ਉੱਪਰ ਕੀਤਾ ਜਾਂਦਾ ਹੈਗਾ, ਮੈਨ ਪਾਵਰ ਪਲੈਨਿੰਗ ਦੇ ਉੱਪਰ। ਫਿਰ ਇਸ ਤੋਂ ਬਾਅਦ ਰਿਕਰੂਟਮੈਂਟਸ, ਵੇਕੈਂਟ ਪੋਜੀਸ਼ਨਸ ਅਗਰ ਮੇਰੀ ਆਰਗੇਨਾਈਜੇਸ਼ਨ ਦੇ ਵਿੱਚ ਹੈਗੀ ਹੈ ਤਾਂ ਉਹਨਾਂ ਨੂੰ ਮੈਨੇ ਕਿਸ ਤਰੀਕੇ ਨਾਲ ਫਿਲ ਕਰਨਾ ਹੈਗਾ। ਸਿਲੈਕਸ਼ਨ, ਗਿਵਨ ਕੈਂਡੀਡੇਟਸ ਦੀ ਲਿਸਟ ਦੇ ਵਿੱਚੋਂ ਮੋਸਟ ਐਲੀਜੀਬਲ ਕੈਂਡੀਡੇਟਸ ਨੂੰ ਕਿਸ ਤਰੀਕੇ ਨਾਲ ਆਪਾਂ ਨੇ ਚੂਜ਼ ਕਰਨਾ ਹੈਗਾ, ਉਹਨਾਂ ਨੂੰ ਜੌਬ ਦੇਣੀ ਹੈਗੀ ਹੈ। ਆਫਟਰ ਦੈਟ ਫਿਲਹਾਲ ਉਹਨਾਂ ਨੂੰ ਕੰਮ ਕਰਨਾ ਨਹੀਂ ਹੁੰਦਾ ਤਾਂ ਉਹਨਾਂ ਨੂੰ ਆਪਾਂ ਨੂੰ ਕੀ ਪ੍ਰੋਵਾਈਡ ਕਰਨੀ ਪਏਗੀ, ਟ੍ਰੇਨਿੰਗ ਐਂਡ ਡਿਵੈਲਪਮੈਂਟ। ਇਸ ਤੋਂ ਇਲਾਵਾ ਸੈਲਰੀ ਵਗੈਰਾ ਦੀ ਗੱਲ ਕਰਾਂਗੇ ਉਹਨਾਂ ਨਾਲ, ਸੋ ਕੰਪਨਸੇਸ਼ਨ। ਠੀਕ ਹੈ ਨਾ, ਫਿਊਚਰ ਦੇ ਵਿੱਚ ਓਪਰਚੁਨਿਟੀਜ਼ ਦੇਵਾਂਗੇ ਤਾਂ ਕਿ ਉਹ ਆਪਣੇ ਆਪ ਨੂੰ ਗਰੋ ਕਰ ਸਕਣ, ਸੋ ਪ੍ਰਮੋਸ਼ਨ। ਐਂਡ ਕਿਸ ਤਰੀਕੇ ਨਾਲ ਲੌਂਗ ਟਰਮ ਦੇ ਵਿੱਚ ਆਪਾਂ ਉਹਨਾਂ ਦੇ ਐਕਸਪੀਰੀਅੰਸ ਦਾ ਫਾਇਦਾ ਲੈ ਸਕਦੇ ਹਾਂ, ਤਾਂ ਉਹਦੇ ਲਈ ਮੇਨਟੇਨੈਂਸ ਰੱਖਣੀ ਜ਼ਰੂਰੀ ਹੈ ਨਾ ਕਿਸ ਚੀਜ਼ ਦੀ, ਆਪਣੇ ਮੈਨੇਜੀਰੀਅਲ ਪਰਸੋਨਲ ਦੀ। ਠੀਕ, ਤਾਂ ਇਹ ਬੇਸਿਕ ਜੀ ਇੱਕ ਡੈਫੀਨੇਸ਼ਨ ਜਿਹੜੀ ਹੈਗੀ ਆਪਣੇ ਕੋਲ ਬਣ ਕੇ ਤਿਆਰ ਹੋ ਜਾਏਗੀ ਸਟਾਫਿੰਗ ਦੀ। ਠੀਕ ਹੈ, ਤਾਂ ਸਟਾਫਿੰਗ ਸਿੰਪਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕੰਸਿਸਟ ਕਿਸ ਚੀਜ਼ ਨਾਲ ਹੈ, ਮੈਨ ਪਾਵਰ ਪਲੈਨਿੰਗ, ਰਿਕਰੂਟਮੈਂਟ, ਸਿਲੈਕਸ਼ਨ, ਟ੍ਰੇਨਿੰਗ, ਕੰਪਨਸੇਸ਼ਨ, ਪ੍ਰਮੋਸ਼ਨ ਐਂਡ ਮੇਨਟੇਨੈਂਸ ਆਫ ਮੈਨੇਜੀਰੀਅਲ ਪਰਸੋਨਲ। ਠੀਕ, ਸੋ ਦਿਸ ਇਜ਼ ਅ ਬੇਸਿਕ ਡੈਫੀਨੇਸ਼ਨ ਜਿਹੜੀ ਹੈਗੀ ਹੈ ਦੇਖਣ ਨੂੰ ਆਪਾਂ ਨੂੰ ਮਿਲ ਰਹੀ ਹੈ ਕਿਸ ਚੀਜ਼ ਦੀ, ਸਟਾਫਿੰਗ ਦੀ। ਠੀਕ ਹੈ, ਬਿਲਕੁਲ ਬੇਸਿਕ ਜਿਹਾ ਪਾਰਟ ਹੈ ਜਿਸ ਨੂੰ ਤੁਸੀਂ ਕਲੀਅਰਲੀ ਜਿਹੜਾ ਹੈਗਾ ਅੰਡਰਸਟੈਂਡ ਕਰ ਲਓ ਆਪਣਾ, ਕਿ ਮੈਨੇਜਮੈਂਟ ਦੇ ਵਿੱਚ ਸਟਾਫਿੰਗ ਜਿਹੜਾ ਪ੍ਰੋਸੈਸ ਹੈਗਾ ਜਾਂ ਸਟਾਫਿੰਗ ਫੰਕਸ਼ਨ ਜਿਹੜਾ ਹੈਗਾ ਉਹ ਕਿਸ ਚੀਜ਼ ਨਾਲ ਡੀਲ ਕਰਦਾ ਹੈਗਾ, ਕਿ ਆਪਾਂ ਨੇ ਮੈਨ ਪਾਵਰ ਦੀ ਐਸਟੀਮੇਸ਼ਨ ਕਰਨੀ ਹੈ। ਬੇਸਿਕਲੀ ਦੇਖੋ ਆਪਾਂ ਜਿਹੜੀ ਮੇਨ ਚੀਜ਼ਾਂ ਪੜਾਂਗੇ, ਤੁਹਾਨੂੰ ਇੱਕ ਲਾਈਨ 'ਚ ਮੈਂ ਬਰੀਫ ਡਿਟੇਲਿੰਗ ਦੇ ਦਿੰਦਾ। ਮੇਨ ਚੀਜ਼ ਜਿਹੜੀ ਹੈਗੀ ਹੈ ਆਪਣੀ ਇਸ ਟੌਪਿਕ ਦੇ ਅੰਦਰ ਹੀ ਪੂਰੀ ਦੀ ਪੂਰੀ ਕਵਰ ਹੋ ਜਾਏਗੀ ਸਟਾਫਿੰਗ ਪ੍ਰੋਸੈਸ। ਆਲਦੋ ਇਹ ਲੌਂਗ ਕੁਐਸਚਨ 'ਚ ਕਦੇ ਨਹੀਂ ਆਉਂਦਾ, ਬਟ ਫਿਰ ਵੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇਸੀ 'ਚ ਪੂਰਾ ਚੈਪਟਰ ਜਿਹੜਾ ਹੈਗਾ ਆਪਾਂ ਨੇ ਨਿਬੇੜ ਦੇਣਾ ਹੈ। ਪਹਿਲਾ ਸਟੇਜ ਕਿਸ ਚੀਜ਼ ਹੈ, ਐਸਟੀਮੇਸ਼ਨ ਆਫ ਮੈਨ ਪਾਵਰ। ਠੀਕ ਹੈ ਨਾ, ਆਪਾਂ ਨੇ ਇਸ ਚੀਜ਼ ਦਾ ਐਸਟੀਮੇਟ ਲਗਾਉਣਾ ਕਿ ਆਰਗੇਨਾਈਜੇਸ਼ਨ ਵਿੱਚ ਕੰਮ ਕਰਨ ਦੇ ਲਈ ਕਿੰਨੇ ਵਿਅਕਤੀ ਦੀ ਆਪਾਂ ਨੂੰ ਲੋੜ ਹੈ, ਕਿੰਨੇ ਬੰਦੇ ਆਪਣੇ ਕੋਲ ਹੈਗੇ ਹੈ। ਅਗਰ ਜ਼ਰੂਰਤ ਤੋਂ ਜ਼ਿਆਦਾ ਵਿਅਕਤੀ ਆਲਰੇਡੀ ਆਪਣੀ ਆਰਗੇਨਾਈਜੇਸ਼ਨ 'ਚ ਕੰਮ ਕਰ ਰਹੇ ਹੈ ਤਾਂ ਓਵਰ ਸਟਾਫਿੰਗ 'ਚ ਆਪਾਂ, ਪਰ ਅਗਰ ਜਿੰਨੇ ਚਾਹੀਦੇ ਉਸ ਤੋਂ ਘੱਟ ਆਪਣੇ ਕੋਲ ਵਰਕਰਸ ਹੈਗੇ ਹੈ ਤਾਂ ਆਪਾਂ ਅੰਡਰ ਸਟਾਫਿੰਗ 'ਚ। ਠੀਕ ਹੈ ਨਾ, ਤਾਂ ਕਿਸ ਤਰੀਕੇ ਨਾਲ ਆਪਾਂ ਨੇ ਅੰਡਰ ਸਟਾਫਿੰਗ ਦੀ ਸਿਚੁਏਸ਼ਨ 'ਚ ਆਪਣੀ ਵੀਕੈਂਡ ਪੋਜੀਸ਼ਨਸ ਦੇ ਲਈ ਕੋਸ਼ਿਸ਼ ਕਰਨੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕੈਂਡੀਡੇਟ ਜਿਹੜੇ ਹੈਗੇ ਉਹ ਅਪਲਾਈ ਕਰ ਸਕਣ। ਸੋ ਉਸ ਸਟੇਜ ਨੂੰ ਆਪਾਂ ਨਾਮ ਉਹਦਾ ਦਿੰਦੇ ਹਾਂ ਰਿਕਰੂਟਮੈਂਟ ਦਾ। ਜਦੋਂ ਆਪਣੇ ਕੋਲ ਵੇਰੀਅਸ ਜੋਬ ਪੋਜੀਸ਼ਨਸ ਦੇ ਲਈ ਅਲੱਗ-ਅਲੱਗ ਐਪਲੀਕੇਸ਼ਨਸ ਆਉਣਗੀਆਂ, ਉਹਨਾਂ ਦੇ ਵਿੱਚੋਂ ਮੋਸਟ ਸੂਟੇਬਲ ਕੈਂਡੀਡੇਟਸ ਨੂੰ ਆਪਾਂ ਨੇ ਕਿਸ ਤਰੀਕੇ ਨਾਲ ਸਿਲੈਕਟ ਕਰਨਾ ਹੈਗਾ, ਤਾਂ ਉਹਦੇ ਲਈ ਆਪਾਂ ਫੋਲੋ ਕਰਾਂਗੇ ਆਪਣਾ ਸਿਲੈਕਸ਼ਨ ਪ੍ਰੋਸੈਸ। ਜਦੋਂ ਸਿਲੈਕਸ਼ਨ ਹੋ ਗਈ, ਨੈਕਸਟ ਫਿਰ ਇਸ ਤੋਂ ਬਾਅਦ ਫੋਕਸ ਕਿਹਦੇ ਉੱਪਰ ਕਰਾਂਗੇ, ਉਹਨਾਂ ਨੂੰ ਆਪਣੀ ਆਰਗੇਨਾਈਜੇਸ਼ਨ ਦੇ ਕਾਬਿਲ ਬਣਾਉਣ ਦੇ ਲਈ ਕਿਸ ਤਰੀਕੇ ਨਾਲ, ਟ੍ਰੇਨਿੰਗ ਐਂਡ ਡਿਵੈਲਪਮੈਂਟ। ਔਰ ਜਦੋਂ ਇੱਕ ਵਾਰ ਉਹ ਟ੍ਰੇਨਿੰਗ ਤੋਂ ਵਾਪਸ ਆਉਣਗੇ ਤਾਂ ਆਰਗੇਨਾਈਜੇਸ਼ਨ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਜਿਹੜੀ ਪਲੇਸ ਹੈਗੀ ਹੈ ਹੈਂਡ ਓਵਰ ਕਰ ਦਾਂਗੇ। ਔਰ ਗੱਲ ਕਿਹਦੇ ਉੱਪਰ ਕਰਾਂਗੇ ਆਪਾਂ, ਪਲੇਸਮੈਂਟ ਐਂਡ ਓਰੀਐਂਟੇਸ਼ਨ ਦੇ ਉੱਪਰ। ਠੀਕ ਹੈ ਨਾ, ਤਾਂ ਬੇਸਿਕਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਆਪਾਂ ਨੇ ਇਸ ਪੂਰੇ ਚੈਪਟਰ ਦੇ ਵਿੱਚ ਇਹੀ ਚੀਜ਼ਾਂ ਦੇ ਉੱਪਰ ਡਿਸਕਸ਼ਨ ਕਰਨੀ ਹੈ ਕਿ ਰਿਕਰੂਟਮੈਂਟ ਕੀ ਹੈ, ਕਿਸ ਤਰੀਕੇ ਨਾਲ ਰਿਕਰੂਟਮੈਂਟ ਹੁੰਦੀ ਹੈਗੀ ਹੈ, ਇੰਟਰਨਲ ਸੋਰਸਿਸ ਆਫ ਰਿਕਰੂਟਮੈਂਟ, ਐਕਸਟਰਨਲ ਸੋਰਸਿਸ ਆਫ ਰਿਕਰੂਟਮੈਂਟ, ਆਪਣੇ ਕੋਲ ਉਹਦਾ ਫਾਇਦੇ ਨੁਕਸਾਨ ਕੀ ਹੈ ਆਪਣੇ ਕੋਲ। ਸਿਲੈਕਸ਼ਨ ਦਾ ਪ੍ਰੋਸੈਸ ਪੜਾਂਗੇ ਆਪਾਂ। ਠੀਕ ਹੈ ਨਾ, ਵੀ ਸਿਲੈਕਸ਼ਨ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈਗੀ ਹੈ, ਕਿਸ ਤਰੀਕੇ ਟੈਸਟ ਜਿਹੜੇ ਹੈਗੇ ਕੰਡਕਟ ਕੀਤੇ ਜਾਂਦੇ ਕੈਂਡੀਡੇਟਸ ਦੇ। ਟ੍ਰੇਨਿੰਗ ਐਂਡ ਡਿਵੈਲਪਮੈਂਟ, ਕਿਸ ਤਰੀਕੇ ਨਾਲ ਆਪਾਂ ਟੈਕਨੀਕਲ ਸਕਿੱਲਸ ਜਿਹੜੀ ਹੈਗੀ ਹੈ
ਉਹ ਵਰਕਰ ਦੇ ਅੰਦਰ ਇਕੁਇਪ ਕਰਨੀ ਹੈ ਤਾਂ ਕਿ ਉਹ ਇੱਕ ਸਪੈਸੀਫਾਈਡ ਜੋਬ ਨੂੰ ਪਰਫਾਰਮ ਕਰ ਸਕੇ। ਬਾਕੀ ਟੈਕਨੀਕਲ ਸਕਿੱਲਸ ਤੋਂ ਇਲਾਵਾ ਉਹਦੇ ਅੰਦਰ ਮੈਨੇਜੀਰੀਅਲ ਸਕਿੱਲਸ, ਠੀਕ ਹੈ ਨਾ, ਕਮਿਊਨੀਕੇਸ਼ਨ ਸਕਿੱਲਸ, ਤਾਂ ਕਿ ਆਪਾਂ ਓਵਰਆਲ ਇੱਕ ਇੰਪਲੋਈ ਨੂੰ ਕੀ ਕਰ ਸਕੀਏ, ਮੈਨੇਜੀਰੀਅਲ ਇੰਪਲੋਈ ਕਨਵਰਟ ਕਰ ਸਕੀਏ। ਤਾਂ ਉਸਨੂੰ ਆਪਾਂ ਨਾਮ ਦਿੰਦੇ ਹਾਂ ਓਵਰਆਲ ਡਿਵੈਲਪਮੈਂਟ ਆਫ ਅ ਕੈਂਡੀਡੇਟ, ਠੀਕ ਹੈ ਨਾ। ਤਾਂ ਟ੍ਰੇਨਿੰਗ ਐਂਡ ਡਿਵੈਲਪਮੈਂਟ 'ਚ ਇਹੀ ਫਰਕ ਹੈ ਕਿ ਟ੍ਰੇਨਿੰਗ ਜਿਹੜੀ ਹੈਗੀ ਹੈ ਉਹ ਇੱਕ ਵਿਅਕਤੀ ਨੂੰ ਜਿਹੜੀ ਹੈਗੀ ਹੈ ਜੋਬ ਰਿਲੇਟਡ ਤਿਆਰ ਕਰਦੀ ਹੈਗੀ ਹੈ, ਔਰ ਡਿਵੈਲਪਮੈਂਟ ਜਿਹੜੀ ਹੈਗੀ ਹੈ ਓਵਰਆਲ ਪਰਸਨੈਲਿਟੀ ਜਿਹੜੀ ਹੈਗੀ ਕਿ ਇਨਸਾਨ ਦੀ ਬਣਾਉਣ 'ਚ ਕੀ ਕਰਦੀ ਹੈ, ਆਪਾਂ ਨੂੰ ਹੈਲਪ ਕਰਦੀ ਹੈਗੀ ਹੈ। ਐਂਡ ਇਸ ਤੋਂ ਬਾਅਦ ਜਿਸ ਜੋਬ ਪੋਜੀਸ਼ਨ ਦੇ ਲਈ ਉਸਨੂੰ ਹਾਇਰ ਕੀਤਾ ਗਿਆ ਸੀਗਾ ਉਸ ਦੇ ਰਿਗਾਰਡਿੰਗ ਆਪਾਂ ਜੋਬ ਲੈਟਰ ਉਸਨੂੰ ਪਕੜਾ ਕੇ ਉਹਦਾ ਜਿਹੜਾ ਡੈਸਕ ਹੈ ਜਾਂ ਵਰਕਿੰਗ ਏਰੀਆ ਜਿਹੜਾ ਹੈਗਾ ਉਸ ਨੂੰ ਅਸਾਈਨ ਕਰ ਦਾਂਗੇ। ਦੈਟ ਇਜ਼ ਅ ਪਾਰਟ ਆਫ ਪਲੇਸਮੈਂਟ। ਐਂਡ ਜੋ ਵੀ ਉਹਦੇ ਫੈਲੋ ਵਰਕਰਸ ਹੈਗੇ ਹੈ ਜਾਂ ਫਿਰ ਆਰਗੇਨਾਈਜੇਸ਼ਨ ਦੇ ਵਿੱਚ ਅਗਰ ਆਪਾਂ ਲਗਾ ਕੇ ਦੇਖੀਏ ਐਗਜ਼ਿਸਟਿੰਗ ਇੰਪਲੋਈਜ਼ ਹੈ, ਉਹਨਾਂ ਨਾਲ ਉਸਨੂੰ ਗੈਟ ਟੂਗੈਦਰ ਕਰਾਵਾਂਗੇ ਤਾਂ ਕਿ ਉਸਨੂੰ ਪਤਾ ਲੱਗ ਸਕੇ ਵੀ ਆਰਗੇਨਾਈਜੇਸ਼ਨ 'ਚ ਕਿਹੜਾ ਉਸਦਾ ਸੁਪੀਰੀਅਰ ਹੈ, ਕਿਹੜਾ ਉਸਦਾ ਸਬਆਰਡੀਨੇਟ ਹੈਗਾ, ਔਰ ਕਿਹੜੇ ਉਸਦੇ ਲੈਵਲ ਦੇ ਉੱਪਰ ਕੰਮ ਕਰਨ ਵਾਲੇ ਵਰਕਰਸ ਹੈਗੇ ਹੈ। ਦੈਟ ਇਜ਼ ਅ ਪਾਰਟ ਆਫ ਓਰੀਐਂਟੇਸ਼ਨ, ਠੀਕ ਹੈ। ਤਾਂ ਇਹ ਸਾਰੀ ਚੀਜ਼ਾਂ ਜਿਹੜੀ ਹੈਗੀਆਂ ਆਪਾਂ ਇਸ ਚੈਪਟਰ 'ਚ ਕਵਰ ਕਰਾਂਗੇ, ਔਰ ਇਹ ਚੈਪਟਰ ਬਹੁਤ ਹੀ ਇੰਪੋਰਟੈਂਟ ਹੈ। ਇਸ 'ਚੋਂ ਕੋਈ ਵੀ ਚੀਜ਼ ਜਿਹੜੀ ਹੈਗੀ ਆਪਾਂ ਛੱਡ ਕੇ ਨਹੀਂ ਜਾ ਸਕਦੀ, ਕਿਉਂਕਿ ਕੋਈ ਨਾ ਕੋਈ ਚੀਜ਼ ਕਿਤੇ ਨਾ ਕਿਤੇ ਫਿੱਟ ਜਿਹੜੀ ਹੈਗੀ ਜ਼ਰੂਰ ਬੈਠ ਜਾਂਦੀ ਹੈ, ਠੀਕ ਹੈ। ਬਾਕੀ ਸਟਾਫਿੰਗ ਦੀ ਇੰਪੋਰਟੈਂਸ ਦੇ ਲਈ ਕੋਈ 2 ਪੁਆਇੰਟਸ ਜਿਹੜੇ ਹੈਗੇ ਤੁਸੀਂ ਆਪਣੇ ਰੀਡ ਆਊਟ ਕਰ ਲਿਓ, ਠੀਕ ਹੈ। ਇੰਪੋਰਟੈਂਸ ਜਾਂ ਫੀਚਰ ਸੇਮ ਹੀ ਚੀਜ਼ ਹੋ ਜਾਏਗੀ ਇੱਕ ਤਰ੍ਹਾਂ ਦੀ, ਤਾਂ ਕਿ ਅਗਰ ਬਾਈ ਚਾਂਸ 2 ਮਾਰਕਸ ਦੇ ਵਿੱਚ ਕੁਐਸਚਨ ਆਉਂਦਾ ਹੈਗਾ ਤਾਂ ਤੁਸੀਂ ਉਹਦਾ ਆਨਸਰ ਦੇ ਸਕੋ ਕਿ ਆਪਣੇ ਕੋਲ ਸਟਾਫਿੰਗ ਦਾ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੰਪੋਰਟੈਂਸ ਕੀ ਹੈ, ਜਾਂ ਫਿਰ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਸਟਾਫਿੰਗ ਦੇ ਫੀਚਰਸ ਕੀ ਹੈ, ਠੀਕ ਹੈ। ਤਾਂ ਉੱਥੇ ਆਪਣੇ ਤੁਸੀਂ ਪੜ੍ਹ ਲਿਓ। ਬਾਕੀ 1-2 ਪੁਆਇੰਟਸ ਤਾਂ ਕਾਮਨ ਹੀ ਹੈ। ਪਹਿਲਾ ਫੀਚਰ ਦਾ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕੀ ਇਹ ਪੁੱਟ ਇਨ ਦ ਰਾਈਟ ਪਰਸਨ ਦਾ ਰਾਈਟ ਜੋਬ, ਇਹ ਵੀ ਤੁਸੀਂ ਲਿਖ ਸਕਦੇ ਹੋ ਉੱਥੇ। ਦੂਸਰਾ ਮੇਨ ਆਪਾਂ ਨਹੀਂ ਕਰਨਾ ਹੈਗਾ ਆਪਟੀਮਮ ਯੂਟੀਲਾਈਜੇਸ਼ਨ ਕਰਨਾ ਕਿਸ ਚੀਜ਼ ਦਾ, ਆਪਣੇ ਹਿਊਮਨ ਫੈਕਟਰਸ ਦਾ। ਤੇ 2 ਪੁਆਇੰਟਸ ਤਾਂ ਤੁਹਾਡੇ ਕਾਮਨ ਪਹਿਲੇ ਹੀ ਉਸ ਚੋਂ ਨਿਕਲ ਕੇ ਬਾਹਰ ਆ ਗਏ ਸੀਗੇ ਜੋ ਮੈंने ਤੁਹਾਨੂੰ ਟੌਪਿਕ ਸਮਝਾਇਆ ਹੈ, ਠੀਕ ਹੈ। ਹੁਣ ਆਪਾਂ ਮੂਵ ਔਨ ਕਰਦੇ ਹਾਂ ਜੋ ਕਿ ਆਪਣੇ ਇਸ ਚੈਪਟਰ ਦੀ ਸਟਾਰਟਿੰਗ ਦੇ ਵਿੱਚ ਆਪਣਾ ਕੰਮ ਸਮਝਣ ਵਾਲਾ ਹੈਗਾ, ਉਹ ਕੀ ਹੈ ਆਪਣਾ ਰਿਕਰੂਟਮੈਂਟ, ਠੀਕ ਹੈ। ਐਸਟੀਮੇਸ਼ਨ ਆਫ ਮੈਨ ਪਾਵਰ ਮੈਂ ਤੁਹਾਨੂੰ ਦੱਸ ਦਿੱਤਾ ਆਲਰੇਡੀ ਕਿ ਉਰੇ ਤੁਹਾਨੂੰ ਜਾਂ ਤਾਂ ਅੰਡਰ ਸਟਾਫਿੰਗ ਦੇਖਣ ਨੂੰ ਮਿਲੇਗੀ ਜਾਂ ਓਵਰ ਸਟਾਫਿੰਗ ਦੇਖਣ ਨੂੰ ਮਿਲੇਗੀ। ਹੁਣ ਰਿਕਰੂਟਮੈਂਟ ਦੇ ਵਿੱਚ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਆਪਾਂ ਨੂੰ ਕਿਸ ਤਰੀਕੇ ਦੇ ਸੋਰਸਿਸ ਦੇਖਣ ਨੂੰ ਮਿਲਦੇ ਹਨ ਕਿ ਆਪਾਂ ਰਿਕਰੂਟ ਕਰ ਸਕਦੇ ਹਾਂ ਪਰਸਨਸ ਨੂੰ, ਠੀਕ ਹੈ ਨਾ। ਤਾਂ ਰਿਕਰੂਟਮੈਂਟ ਬੇਸਿਕਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਹੁੰਦਾ ਕੀ ਹੈ, ਵੇਰੀਅਸ ਜੋਬ ਵੈਕੇਸ਼ਨ ਜਿਹੜੀ ਵੈਕੈਂਸੀਜ਼ ਆਪਣੇ ਕੋਲ ਹੈਗੀਆਂ ਆਪਾਂ ਚਾਹੁੰਦੇ ਕੀ ਹਾਂ ਕਿ ਉਹਦੇ ਲਈ ਜ਼ਿਆਦਾ ਤੋਂ ਜ਼ਿਆਦਾ ਕੈਂਡੀਡੇਟਸ ਜਿਹੜੇ ਕਿ ਅਪਲਾਈ ਕਰਨ। ਫੋਰ ਐਗਜ਼ਾਮਪਲ ਅਗਰ ਮੇਰੇ ਕੋਲ 10 ਵੈਕੈਂਸੀਜ਼ ਖਾਲੀ ਹੈ ਤਾਂ ਮੈਂ ਚਾਹੁੰਦਾ ਕੀ ਹਾਂ ਘੱਟੋ ਘੱਟ 100 ਜਾਂ 150 ਬੰਦਾ ਜਿਹੜਾ ਹੈਗਾ ਉਹਨਾਂ ਵੈਕੈਂਸੀਜ਼ ਦੇ ਲਈ ਕਰੇ ਅਪਲਾਈ ਕਰੇ, ਤਾਂ ਕਿ ਮੇਰੇ ਕੋਲ ਆਪਸ਼ਨ ਹੋਵੇ ਕਿ ਉਹਨਾਂ ਦੇ ਚੋਂ ਬੈਸਟ ਕੈਂਡੀਡੇਟਸ ਨੂੰ ਮੈਂ ਕੀ ਕਰ ਸਕਾਂ, ਸਿਲੈਕਟ ਕਰ ਸਕਾਂ। ਸੋ ਬੇਸਿਕਲੀ ਇੱਕ ਤਰ੍ਹਾਂ ਦਾ ਪ੍ਰੋਸੈਸ ਹੈ ਜਿਹਦੇ 'ਚ ਆਪਾਂ ਕਰ ਰਹੇ ਹੈਗੇ ਸਰਚ ਕਰ ਰਹੇ ਹੈਗੇ suitable candidates ਨੂੰ to fill up the vacant job positions, ठीक है ना। तो रिक्रूटमेंट बेसिकली की है प्रोसेस ऑफ सर्चिंग, प्रोसेस ऑफ सर्चिंग, ठीक है ना। किस चीज़ के लिए, suitable candidates to apply for vacant job positions, ठीक है। तो इसमें अपन नाम बता देंगे अपनी रिक्रूटमेंट का। थोड़ा जिहा मेरी आवाज़ 'ਚ प्रॉब्लम हो सकती है क्योंकि लगातार ਜਿਹੜੀ ਹੈਗੀ ਵੀਡੀਓਜ਼ ਮੈਂ ਰਿਕਾਰਡ ਕਰ ਰਿਹਾ। ਹੁਣ ਇਸ ਰਿਕਰੂਟਮੈਂਟ ਦੇ ਵਿੱਚ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਆਪਾਂ ਨੂੰ 2 ਤਰੀਕੇ ਦੇ ਸੋਰਸਿਸ ਦੇਖਣ ਨੂੰ ਮਿਲਦੇ ਆ, ਇੰਟਰਨਲ ਸੋਰਸਿਸ ਐਂਡ ਐਕਸਟਰਨਲ ਸੋਰਸਿਸ ਆਫ ਰਿਕਰੂਟਮੈਂਟ। ਸਮ ਇੰਟਰਨਲ ਸੋਰਸਿਸ ਆਫ ਰਿਕਰੂਟਮੈਂਟ ਐਂਡ देयर आर सम एक्सटर्नल सोर्सेस ऑफ रिक्रूटमेंट। ਇਹ ਇੰਪੋਰਟੈਂਟ ਹੈ 4 ਮਾਰਕਸ ਦੇ ਲਈ। ਬਾਕੀ ਇਹਨਾਂ ਦੇ ਮੈਰਿਟਸ ਐਂਡ ਡੀਮੈਰਿਟਸ ਵੀ ਆ ਸਕਦੇ ਆਪਣੇ ਕੋਲ, ਉਹ ਵੀ ਆਪਾਂ ਲਾਸਟ ਦੇ ਵਿੱਚ ਕਵਰ ਅਪ ਕਰਾਂਗੇ। ਆਰਗੇਨਾਈਜੇਸ਼ਨ ਦੇ ਅੰਦਰੋਂ ਹੀ ਅਗਰ ਆਪਾਂ ਹੀ ਕਰ ਰਹੇ ਹੈਗੇ ਆ ਵੈਕੈਂਸੀਜ਼ ਨੂੰ ਫਿਲਅਪ ਕਰ ਰਹੇ ਹੈਗੇ ਆ ਤਾਂ ਬੇਸਿਕਲੀ ਕੀ ਹੈ ਇੰਟਰਨਲ ਸੋਰਸ ਆਫ ਰਿਕਰੂਟਮੈਂਟ, ਠੀਕ ਹੈ ਨਾ। ਬਟ ਅਗਰ ਆਪਾਂ ਆਊਟਸਾਈਡ ਫਰੋਮ ਦਾ ਬਿਜ਼ਨਸ ਕੀ ਕਰ ਰਹੇ ਹੈਗੇ ਆ, ਕੋਸ਼ਿਸ਼ ਕਰ ਰਹੇ ਕਿ ਆਪਣੀ ਵੈਕੈਂਸੀਜ਼ ਨੂੰ ਆਪਾਂ ਫਿਲਅਪ ਕਰ ਸਕੀਏ, ਤਾਂ ਕਿਹਦਾ ਪਾਰਟ ਬਣੇਗਾ ਆਪਣੇ ਕੋਲ ਐਕਸਟਰਨਲ ਸੋਰਸਿਸ ਆਫ ਰਿਕਰੂਟਮੈਂਟ ਦਾ, ਠੀਕ ਹੈ ਨਾ। ਤਾਂ ਇਸ ਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ, ਕਿਹੜੇ ਕਿਹੜੇ ਤਰੀਕੇ ਦੇਖਣ ਨੂੰ ਮਿਲਣਗੇ। ਫਸਟਲੀ ਟਰਾਂਸਫਰਸ, ਠੀਕ ਹੈ ਨਾ। ਟਰਾਂਸਫਰ ਦਾ ਮਤਲਬ ਆਪਣੇ ਕੋਲ ਕੀ ਹੁੰਦਾ ਹੈਗਾ ਕਿ ਆਪਾਂ ਕਿਸੇ ਇੱਕ ਇੰਪਲੋਈ ਨੂੰ ਸ਼ਿਫਟ ਕਰ ਰਹੇ ਹੈਗੇ ਆ, ਜੋ ਉਹਦੀ ਪ੍ਰੈਜ਼ੈਂਟ ਜੋਬ ਪੋਜੀਸ਼ਨ ਹੈਗੀ ਹੈ ਉਸੇ ਜੋਬ ਪੋਜੀਸ਼ਨ ਦੇ ਵਿੱਚ ਰੱਖਾਂਗੇ ਉਸਨੂੰ, ਠੀਕ ਹੈ ਨਾ, ਸੇਮ ਲੈਵਲ 'ਤੇ। ਬਟ ਉਸਨੂੰ ਆਪਾਂ ਸ਼ਿਫਟ ਕਰ ਰਹੇ ਹੈਗੇ ਜਾਂ ਤਾਂ ਇੱਕ ਆਫਿਸ ਤੋਂ ਕਿਸੇ ਦੂਸਰੇ ਆਫਿਸ 'ਚ ਜਾਂ ਫਿਰ ਕਿਸੇ ਇੱਕ ਡਿਪਾਰਟਮੈਂਟ ਤੋਂ ਕਿਸੇ ਦੂਸਰੇ ਡਿਪਾਰਟਮੈਂਟ 'ਚ, ਠੀਕ ਹੈ। ਹੁਣ ਜੇ ਫੋਰ ਐਗਜ਼ਾਮਪਲ ਆਪਣੇ ਕੋਲ ਕਲਰਕ ਹੈ, ਠੀਕ ਹੈ ਨਾ, ਜੋ ਕਿ ਪਹਿਲਾਂ ਪ੍ਰੋਡਕਸ਼ਨ ਡਿਪਾਰਟਮੈਂਟ 'ਚ ਕੰਮ ਕਰ ਰਿਹਾ ਸੀਗਾ, ਠੀਕ ਹੈ ਨਾ। ਹੁਣ ਆਪਾਂ ਨੇ ਉਸਨੂੰ ਟਰਾਂਸਫਰ ਕਰਕੇ ਜਾਂ ਸ਼ਿਫਟ ਕਰਕੇ ਬੇਸਿਕਲੀ ਕਿੱਥੇ ਭੇਜ ਦਿੱਤਾ, ਸੇਲਸ ਡਿਪਾਰਟਮੈਂਟ 'ਚ। ਉੱਥੇ ਵੀ ਉਹ ਕੰਮ ਕਿਸ ਤਰੀਕੇ ਦਾ ਕਰੇਗਾ,
ਕਲਰਕ ਦਾ ਹੀ ਕਰੇਗਾ, ਠੀਕ ਹੈ ਨਾ। ਜਾਂ ਫਿਰ ਵਨ ਆਫਿਸ ਬ੍ਰਾਂਚ ਟੂ ਅਨਦਰ ਬ੍ਰਾਂਚ, ਬਟ ਉੱਥੇ ਵੀ ਕੰਮ ਉਹਦਾ ਸੇਮ ਹੀ ਰਹੇਗਾ ਕਿ ਉਹ ਕਲਰਕ ਦਾ ਹੀ ਕੰਮ ਕਰ ਰਿਹਾ ਹੋਏਗਾ। ਤਾਂ ਬੇਸਿਕਲੀ ਕਹਿਣ ਦਾ ਮਤਲਬ ਕੀ ਹੈ, ਨੇਚਰ ਆਫ ਜੌਬ, ਅਥੋਰਿਟੀ ਰਿਸਪੌਂਸਿਬਿਲਿਟੀ, ਪੇ ਸਕੇਲ ਵਗੈਰਾ, ਠੀਕ ਹੈ ਨਾ, ਜਾਂ ਉਹਦੇ ਸਟੇਟਸ ਦੇ ਵਿੱਚ ਕੋਈ ਚੇਂਜ ਦੇਖਣ ਨੂੰ ਨਹੀਂ ਮਿਲੇਗਾ। ਜਸਟ ਆਪਾਂ ਨੇ ਇੱਕ ਜਗ੍ਹਾ ਤੋਂ ਉਠਾ ਕੇ ਕਿਸੇ ਦੂਸਰੀ ਜਗ੍ਹਾ ਦੇ ਉੱਪਰ ਉਸਨੂੰ ਬਿਠਾ ਦਿੱਤਾ ਹੈਗਾ, ਠੀਕ ਹੈ, ਕਿਉਂਕਿ ਆਪਾਂ ਨੂੰ ਉੱਥੇ ਲੋੜ ਸੀਗੀ ਉਹਦੀ। ਤਾਂ ਇਸ ਨੂੰ ਆਪਾਂ ਨਾਮ ਉਹਦਾ ਦਿੰਦੇ ਆਪਣੇ ਟ੍ਰਾਂਸਫਰਸ ਦਾ, ਠੀਕ ਹੈ ਨਾ। ਤਾਂ ਹੋਪਸ ਸਭ ਨੂੰ ਮੀਨਿੰਗ ਕਲੀਅਰ ਹੋ ਗਿਆ ਹੋਵੇਗਾ ਟ੍ਰਾਂਸਫਰ ਦਾ ਕੀ ਹੈ ਮਤਲਬ। ਸੇਮ ਜੌਬ ਲੈਵਲ 'ਤੇ ਰੱਖ ਕੇ ਆਪਾਂ ਇੱਕ ਵਿਅਕਤੀ ਨੂੰ ਸ਼ਿਫਟ ਕਰ ਰਹੇ ਹਾਂ ਕਿਸੇ ਇੱਕ ਡਿਪਾਰਟਮੈਂਟ ਤੋਂ ਕਿਸੇ ਦੂਸਰੇ ਡਿਪਾਰਟਮੈਂਟ 'ਚ, ਜਾਂ ਕਿਸੇ ਇੱਕ ਆਫਿਸ ਤੋਂ ਕਿਸੇ ਦੂਸਰੇ ਆਫਿਸ 'ਚ। ਜਿਵੇਂ ਫॉर एग्जांपल ਮੇਰੇ ਬਿਜ਼ਨਸ 'ਚ 2 ਬ੍ਰਾਂਚਿਸ ਹੈ, ਇੱਕ ਸਪੋਜ਼ ਇੱਕ ਪਟਿਆਲੇ 'ਚ ਹੈਗੀ, ਇੱਕ ਅਗਰ ਆਪਾਂ ਲਗਾ ਕੇ ਦੇਖੀਏ ਜਲੰਧਰ 'ਚ ਹੈਗੀ ਹੈ। ਹੁਣ ਜਲੰਧਰ ਵਾਲੇ ਆਫਿਸ 'ਚ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕਲਰਕਾਂ ਦੀ ਲੋੜ ਸੀਗੀ 10, ਪਟਿਆਲੇ ਵਾਲੇ ਆਫਿਸ 'ਚ ਮੇਰੇ ਅਗਰ ਆਪਾਂ ਲਗਾ ਕੇ ਦੇਖੀਏ ਤਾਂ 10 ਕਲਰਕ ਮੇਰੇ ਕੋਲ ਐਕਸਟਰਾ ਸੀਗੇ। ਤਾਂ ਮੈंने ਉਹ ਕਲਰਕ ਜਿਹੜੇ ਪਟਿਆਲੇ 10 ਐਕਸਟਰਾ ਸੀਗੇ ਉਹ ਮੈंने ਸ਼ਿਫਟ ਕਰ ਦਿੱਤੇ ਹੈਗੇ ਜਲੰਧਰ ਦੇ ਵਿੱਚ। ਤਾਂ ਬੇਸਿਕਲੀ ਸ਼ਿਫਟਿੰਗ ਆਫ ਜੌਬ ਹੈ ਨਾ ਇੱਕ ਤਰ੍ਹਾਂ ਦੀ। ਉੱਥੇ ਵੀ ਰਹਿ ਕੇ ਉਹਨਾਂ ਨੇ ਕਲਰਕ ਦੀ ਜੌਬ ਕਰਨੀ ਹੈਗੀ, ਉਰੇ ਵੀ ਰਹਿ ਕੇ ਉਹ ਕਲਰਕ ਦੀ ਜੌਬ ਕਰ ਰਹੇ ਸੀਗੇ। ਤਾਂ ਸੇਮ ਪੇ ਸਕੇਲ ਹੈਗਾ, ਸੇਮ ਹੀ ਅਗਰ ਆਪਾਂ ਲਗਾ ਕੇ ਦੇਖੀਏ ਸਟੇਟਸ ਉਹਨਾਂ ਦਾ, ਸੇਮ ਵਰਕਿੰਗ ਕ੍ਰਾਈਟੀਰੀਆ, ਸੇਮ ਅਥੋਰਿਟੀ ਰਿਸਪੌਂਸਿਬਿਲਿਟੀ ਉਹਨਾਂ ਕੋਲ ਰਹੇਗੀ। ਤਾਂ ਇਸ ਚੀਜ਼ ਨੂੰ ਆਪਾਂ ਨਾਮ ਦੇ ਦਿੰਦੇ ਹੈਗੇ ਆਪਣੇ ਟ੍ਰਾਂਸਫਰਸ ਦਾ, ਠੀਕ ਹੈ। ਤਾਂ ਮੈਂ ਇਰੇਜ਼ ਕਰ ਦੇਣਾ, ਜ਼ਿਆਦਾ ਮੈਂ ਲੈਂਥੀ ਨਹੀਂ ਬਣਾਉਣਾ ਚਾਹੁੰਦਾ ਤੁਹਾਡੇ ਵਾਸਤੇ। ਸੈਕਿੰਡ ਪੁਆਇੰਟ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕਿਸ ਚੀਜ਼ ਦਾ ਆਪਣੇ ਕੋਲ ਪ੍ਰਮੋਸ਼ਨਸ, ਠੀਕ ਹੈ। ਸੈਕਿੰਡ ਪਾर्ट अगर आप लगा के देखिए तो किस चीज़ आ जाएगा अपने को प्रमोशंस। प्रमोशंस च अगर आप लगा के देखिए तो उल्टा होएगा सारा कुछ, मतलब उल्टा इन द सेंस कि सब कुछ पॉजिटिव देखने मिलेगा। बेसिकली थोड़ा की किया जा रहा है, एक हायर लैवल पोस्ट के उपर शिफ्ट किया जा रहा है किसी लोअर लैवल पोस्ट तो, ठीक है ना। तो अगर तुम फिलहाल उरे काम कर रहे हो तो तुम्हें शिफ्ट करके जोड़ा है उरे बिठा दिता गया। तो बेसिकली लोअर लैवल तो थोड़ा हायर लैवल के उपर की किया जा रहा है, शिफ्ट किया जा रहा है। शिफ्टिंग अ परसन फ्रॉम लोअर लैवल जॉब टू हायर लैवल जॉब, जिसमें ऑटोमैटिकली थोड़ी अथॉरिटी बढ़ेगी, रिस्पॉन्सिबिलिटी बढ़ेगी, थोड़ा पे स्केल इंक्रीज होएगा, थोड़ा जो स्टेटस है ऑर्गेनाइजेशन ਦੇ ਵਿੱਚ ਉਹ ਇੰਕਰੀਜ਼ ਹੋਏਗਾ, ਠੀਕ ਹੈ ਨਾ। ਤਾਂ ਇਸ ਨੂੰ ਆਪਾਂ ਨਾਮ ਦਾ ਦਿੰਦੇ ਹਾਂ ਪ੍ਰਮੋਸ਼ਨ ਦਾ। ਤਾਂ ਅਗਰ ਤੁਸੀਂ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਆਪਣੀ ਹੀ ਵਰਕਰਸ ਦੇ ਵਿੱਚੋਂ ਕਿਸੇ ਨੂੰ ਉਠਾ ਕੇ ਮੈਨੇਜਰ ਦੀ ਪੋਸਟ ਤੇ ਬਿਠਾ ਦਿੰਦੇ ਹੋ ਤਾਂ ਉਹ ਵੀ ਇੱਕ ਤਰ੍ਹਾਂ ਇੰਟਰਨਲ ਸੋਰਸ ਹੀ ਹੈ ਰਿਕਰੂਟਮੈਂਟ ਕਰਨ ਦਾ, ਠੀਕ ਹੈ ਨਾ, ਜਿਸ 'ਚ ਆਪਾਂ ਕਿਹਦਾ ਸਹਾਰਾ ਲੈ ਰਹੇ ਹਾਂ ਪ੍ਰਮੋਸ਼ਨਸ ਦਾ। ਇਸ ਤੋਂ ਇਲਾਵਾ एक्सटेंशन ऑफ सर्विसेज। हुण अगर मेरी ऑर्गेनाइजेशन सपोज मेरा मैनेजिंग डायरैक्टर जोड़ा है वो रिटायर होने वाला है इस साल, पर मैंने उसमें कह दिता कि फिलहाल मैं 2 साल तक जोड़ा कोई नवा मैनेजिंग डायरैक्टर रिक्रूट नहीं करना चाहता, इस करके मैं तेरा ही जोड़ा है वर्किंग टाइम पीरियड एक्सटेंड कर रहेगा 2 साल के लिए। तो हुण वैकेंसी खाली नहीं होएगी, ठीक है ना। तो बेसिकली अपने किया कि सर्विस एक्सटेंड कर दी उसकी, जिस करके ਆਪਾਂ ਨੂੰ न्यू रिक्रूटमेंट की लोड़ ही नहीं पै रही। या फिर एक्स इंपलॉइज़ कंपनी के पुराने वर्करस ਜਿਹੜੇ कि पहला जॉब छड़ के चले गए, या फिर अपने जॉब तो उन्होंने निकाल दिता, या फिर वो रिटायर हो चुके थे दोबारा तो उन्होंने ऑर्गेनाइजेशन च रख लिता अपने, ठीक है। या फिर रिकमेंडेशन फ्रॉम प्रेजेंट इंपलॉइज़, रिकमेंडेशन फ्रॉम प्रेजेंट इंपलॉइज़। मेरे को फिलहाल जो वर्कर्स काम कर रहे हैं मैंने उन्होंने ही कह दिता कि भाई अगर थोड़ी रिश्तेदारी च या कोई जान पहचान च कोई बंदा होएगा ਜਿਹੜਾ ਕਿ ਤੁਹਾਨੂੰ ਲੱਗਦਾ ਹੈ ਕਿ ਕੰਮ ਕਰ ਸਕਦਾ ਹੈਗਾ ਤਾਂ ਤੁਸੀਂ ਉਸ ਨੂੰ ਲਿਆ ਨਾ, ਆਪਾਂ ਉਸ ਨੂੰ ਜੌਬ 'ਤੇ ਰੱਖ ਲਾਂਗੇ, ਠੀਕ ਹੈ ਨਾ। ਸੋ ਦੀਜ਼ ਆਰ ਦਾ ਇੰਟਰਨਲ ਸੋਰਸਿਸ ਆਫ ਰਿਕਰੂਟਮੈਂਟ। ਨੈਕਸਟ ਇਸ ਤੋਂ ਬਾਅਦ ਐਕਸਟਰਨਲ ਸੋਰਸਿਸ, ਕਿ ਹੁਣ ਆਪਾਂ ਹੀ ਕਰ ਰਹੇ ਹੈਗੇ ਹਾਂ ਆਰਗੇਨਾਈਜੇਸ਼ਨ ਦੀ ਵੈਕੈਂਸੀਜ਼ ਨੂੰ ਫਿਲਅਪ ਕਰਨ ਦੇ ਲਈ ਬਾਹਰ ਵੱਲ ਦੇਖ ਰਹੇ ਹਾਂ, ਤਾਂ ਉਸ ਨੂੰ ਆਪਾਂ ਨਾਮ ਦੇਵਾਂਗੇ ਐਕਸਟਰਨਲ ਸੋਰਸਿਸ ਦਾ। ਤਾਂ ਐਕਸਟਰਨਲ ਸੋਰਸਿਸ ਵਿੱਚ ਬੇਸਿਕਲੀ ਅਗਰ ਆਪਾਂ ਲਗਾ ਕੇ ਦੇਖੀਏ ਸਭ ਤੋਂ ਪਹਿਲਾ ਤਰੀਕਾ ਜੋ ਸਭ ਦੇ ਦਿਮਾਗ 'ਚ ਆਉਂਦਾ ਹੈ ਉਹ ਕੀ ਹੈ, ਐਡਵਰਟੀਜ਼ਮੈਂਟ। ਨਿਊਜ਼ਪੇਪਰ, ਟੈਲੀਵਿਜ਼ਨ, ਇੰਟਰਨੈਟ ਦੇ ਉੱਪਰ ਤੁਸੀਂ ਇਸ਼ਤਿਹਾਰ ਪਾ ਦਿਓ ਕਿ ਸਾਡੀ ਆਰਗੇਨਾਈਜੇਸ਼ਨ ਦੇ ਜਿੰਨੇ ਵਿਅਕਤੀ ਦੀ ਲੋੜ ਹੈਗੀ ਕੰਮ ਕਰਨ ਦੇ ਲਈ, ਫਲਾਣੀ ਅਗਰ ਆਪਾਂ ਲਗਾ ਕੇ ਦੇਖੀਏ ਜੋਬ ਵੈਕੈਂਸੀ ਖਾਲੀ ਵੀ ਹੈ ਜਿਹਦੇ ਲਈ ਤੁਸੀਂ ਕੀ ਕਰ ਸਕਦੇ ਹੋ, ਅਪਲਾਈ ਕਰ ਸਕਦੇ ਹੋ। ਤਾਂ ਆਪਣੀ ਕੀ ਹੈ ਐਡਵਰਟੀਜ਼ਮੈਂਟ। ਸੈਕਿੰਡ, ਇੰਪਲੋਇਮੈਂਟ ਐਕਸਚੇਂਜ। ਸਰਕਾਰੀ ਅਤੇ ਅਰਧ ਸਰਕਾਰੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਦਫ਼ਤਰ ਬਣੇ ਹੁੰਦੇ, ਠੀਕ ਹੈ ਨਾ, ਇੰਪਲੋਇਮੈਂਟ ਐਕਸਚੇਂਜ ਦੇ, ਜਿੱਥੇ ਤੁਸੀਂ ਆਪਣੇ ਰਿਜ਼ਿਊਮੇਜ਼ ਜਿਹੜੇ ਹੈਗੇ ਉਹ ਸੈਂਡ ਕਰ ਸਕਦੇ ਹੈਗੇ ਹੋ। और अगर थोड़े रिलेटेड कोई जॉब निकलती है, मतलब थोड़ी क्वालिफिकेशन से रिलेटेड किसी कंपनी वगैरह कोई जॉब निकलती है तो इंप्लॉयमेंट एक्सचेंज वाले थोड़ा कर देंगे नोटिफिकेशन दे देंगे। बाकी दी बेस्ट एग्जांपल लिंक्डइन होगी,
ऑनलाइन ਤੁਸੀਂ ਚੈੱਕ ਕਰ ਸਕਦੇ ਹੈਗੇ ਹੋ, ਠੀਕ ਹੈ। ਕੈਂਪਸ ਪਲੇਸਮੈਂਟਸ ਉਹ ਤਾਂ ਚਲੋ ਆਪਾਂ ਫਿਲਹਾਲ ਉਰੇ ਨਹੀਂ ਗੱਲ ਕਰਦੇ, ਬਾਅਦ 'ਚ ਲੈ ਕੇ ਆਵਾਂਗੇ। ਇਹ ਲਿਖ ਹੀ ਸਕਦੇ ਹਾਂ ਵੈਸੇ, ਕੋਈ ਬੜੀ ਗੱਲ ਨਹੀਂ ਹੈ। ਕੈਂਪਸ ਪਲੇਸਮੈਂਟਸ ਤੁਹਾਨੂੰ ਦੇਖਿਆ ਹੋਏਗਾ ਬਹੁਤ ਸਾਰੇ ਮੈਨੇਜਮੈਂਟ ਕਾਲਜਿਸ ਹੁੰਦੇ ਹੈਗੇ ਆ ਜਾਂ ਬੜੀ ਬੜੀ ਯੂਨੀਵਰਸਿਟੀਜ਼ ਹੁੰਦੀ ਜਿੱਥੇ ਫਾਈਨਲ ਈਅਰ ਦੇ ਸਟੂਡੈਂਟਸ ਨੂੰ ਕੀ ਕੀਤਾ ਜਾਂਦਾ ਹੈਗਾ, ਜੋਬ ਲੈਟਰ ਹੈਂਡ ਓਵਰ ਕਰ ਦਿੱਤੇ ਜਾਂਦੇ ਉਹਨਾਂ ਦੇ ਇੰਟਰਵਿਊਜ਼ ਵਗੈਰਾ ਲੈ ਕੇ। ਤਾਂ ਬੇਸਿਕਲੀ ਉਹਦੇ ਕੰਪਨੀਜ਼ ਜਿਹੜੀ ਕਿਉਂ ਕੀ ਕਰਦੀ ਹੈਗੀ ਡਾਇਰੈਕਟ ਜਿਹੜੇ ਆਪਣੇ ਕੀ ਹੈ ਐਜੂਕੇਸ਼ਨ ਇੰਸਟੀਟਿਊਟਸ ਹੈ ਉਹਨਾਂ 'ਚ ਵਿਜ਼ਿਟ ਕਰਦੇ, ਉਹ ਜੋ ਬ੍ਰਿਲੀਅੰਟ ਮਾਈਂਡਸ ਹੈਗੇ ਹੈ ਉਹਨਾਂ ਨੂੰ ਉਹਨਾਂ ਦੇ ਸਟੱਡੀ ਦੇ ਟਾਈਮ ਦੇ ਵਿੱਚ ਹੀ ਜੋਬ ਲੈਟਰ ਹੈਂਡ ਓਵਰ ਕਰ ਦਿੰਦੇ ਹੈਗੇ ਤਾਂ ਕਿ ਉਹਨਾਂ ਨੂੰ ਫਰੈਸ਼ ਟੈਲੈਂਟ ਜਿਹੜਾ ਹੈਗਾ ਉਹ ਮਿਲ ਸਕੇ ਕੰਮ ਦੇ ਉੱਪਰ। ਤਾਂ ਕਿ ਆਪਣੀ ਕੈਂਪਸ ਪਲੇਸਮੈਂਟਸ। ਇਸ ਤੋਂ ਇਲਾਵਾ ਡਾਇਰੈਕਟ ਰਿਕਰੂਟਮੈਂਟਸ, ਇਹ ਤੁਹਾਨੂੰ ਨੋਰਮਲੀ ਦੇਖਿਆ ਹੋਏਗਾ ਆਪਣੇ ਆਸ-ਪਾਸ ਕੋਈ ਦੁਕਾਨਾਂ ਵਗੈਰਾ ਦੇ ਉੱਪਰ ਉਹ ਆਪਣੇ ਪੋਸਟਰ ਜਿਹੇ ਲਗਾ ਦਿੰਦੇ ਕਿ ਦੁਕਾਨ 'ਤੇ ਕੰਮ ਕਰਨ ਵਾਸਤੇ ਲੜਕੇ ਦੀ ਲੋੜ ਹੈਗੀ ਹੈ। ਪੈਟਰੋਲ ਪੰਪਸ 'ਤੇ ਤੁਹਾਨੂੰ ਦੇਖਿਆ ਹੋਏਗਾ ਜ਼ਿਆਦਾਤਰ, ਠੀਕ ਹੈ ਨਾ। ਤਾਂ ਡਾਇਰੈਕਟ ਰਿਕਰੂਟਮੈਂਟਸ ਦੇ ਵਿੱਚ ਬੇਸਿਕਲੀ ਹੁੰਦਾ ਕਿ ਆਪਾਂ ਆਪਣੀ ਬਿਜ਼ਨਸ ਪ੍ਰੈਮਿਸਿਸ ਦੀ ਵਾਲ ਦੇ ਉੱਪਰ ਇੱਕ ਪੈਂਫਲੇਟ ਪੇਸਟ ਕਰ ਦਿੰਦੇ ਹਾਂ ਜਿਹਦੇ ਉੱਪਰ ਆਪਾਂ ਰਿਕੁਆਇਰਮੈਂਟ ਦੱਸ ਦਿੰਦੇ ਹਾਂ ਕਿ ਆਪਣੀ ਦੁਕਾਨ 'ਤੇ ਕੰਮ ਕਰਨ ਵਾਸਤੇ ਜਾਂ ਫਿਰ ਆਪਣੇ ਫੈਕਟਰੀ ਪ੍ਰੈਮਿਸਿਸ 'ਤੇ ਕੰਮ ਕਰਨ ਵਾਸਤੇ ਕੀ ਹੈ ਕੁਝ ਵਿਅਕਤੀ ਦੀ ਲੋੜ ਹੈਗੀ ਹੈ। ਦੈਟ ਇਜ਼ ਅ ਪਾਰਟ ਆਫ ਡਾਇਰੈਕਟ ਰਿਕਰੂਟਮੈਂਟ। ਬਾਕੀ ਲੇਬਰ ਕੰਟਰੈਕਟਰਸ ਹੋ ਗਏ, ਠੀਕ ਹੈ। जॉब कंसल्टेंसी सर्विसेज हो गई, जॉब कंसल्टेंसी एजेंसीज, ठीक है। ਲੇਬਰ ਕੰਟਰੈਕਟਰਸ ਬੇਸਿਕਲੀ ਠੇਕੇਦਾਰ ਹੋ ਗਏ ਜਿਹੜੇ ਕਿ ਲੇਬਰ ਸਪਲਾਈ ਕਰਦੇ ਹੈਗੇ ਆ ਬੜੀ ਮਾਤਰਾ 'ਚ। ਜਿਵੇਂ ਤੁਹਾਡੀ ਫੈਕਟਰੀ 'ਚ ਅਗਰ 200-300 ਬੰਦਾ ਦਿਹਾੜੀ 'ਤੇ ਕੰਮ ਕਰਨ ਵਾਸਤੇ ਚਾਹੀਦਾ ਹੈ ਤਾਂ ਤੁਸੀਂ ਲੇਬਰ ਦੇ ਹੈੱਡ ਨੂੰ ਜਿਹੜਾ ਹੈਗਾ ਜਾਂ ਫਿਰ ਲੇਬਰ ਠੇਕੇਦਾਰ ਜਿਹੜੇ ਹੁੰਦੇ ਹੈਗੇ ਉਹਨੂੰ ਕੰਟੈਕਟ ਕਰ ਲਓ, ਤੁਹਾਨੂੰ ਡਾਇਰੈਕਟ ਲੇਬਰ ਦੀ ਜਿਹੜੀ ਹੈਗੀ ਸਪਲਾਈ ਦੇ ਦੇਣਗੇ। ਜੌਬ ਕੰਸਲਟੈਂਸੀ ਏਜੰਸੀਜ਼ ਬੇਸਿਕਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੰਪਲੋਇਮੈਂਟ ਐਕਸਚੇਂਜ ਵਾਲਾ ਹੀ ਕੰਮ ਕਰਦੀਆਂ, ਪਰ ਇਹ ਕਮਿਸ਼ਨ ਬੇਸਿਸ 'ਤੇ ਕਰਦੀਆਂ ਔਰ ਇਹ ਪ੍ਰਾਈਵੇਟ ਏਜੰਸੀਜ਼ ਹੁੰਦੀਆਂ ਜਿਹੜੀ ਕਿ ਕੰਪਨੀਜ਼ ਦੇ ਰਿਕੁਆਇਰਮੈਂਟ ਦੇ ਅਕੋਰਡਿੰਗ ਉਹਨਾਂ ਨੂੰ ਕੀ ਕਰਦੇ ਹੈਗੇ ਇੰਪਲੋਈਜ਼ ਸਪਲਾਈ ਕਰਦੇ ਹੈਗੇ, ਠੀਕ ਹੈ। ਸੋ ਦੀਜ਼ ਆਰ ਦਾ ਐਕਸਟਰਨਲ ਸੋਰਸਿਸ ਆਫ ਰਿਕਰੂਟਮੈਂਟ। ਹੁਣ ਇਹਦੇ ਫਾਇਦੇ ਨੁਕਸਾਨ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕੀ ਹੈ, ਦੋਨਾਂ ਦੀ ਥੋੜ੍ਹੇ ਦੋ ਤਿੰਨ ਪੁਆਇੰਟ ਜਿਹੜੇ ਕਿ ਆਪਾਂ ਨੂੰ ਮੈਰਿਟਸ ਔਰ ਡੀਮੈਰਿਟਸ ਦੇ ਪਤਾ ਹੋਣੇ ਚਾਹੀਦੇ ਆ। ਤਾਂ ਮੈਰਿਟਸ ਪਹਿਲਾਂ ਅਗਰ ਆਪਾਂ ਚੈੱਕ ਕਰੀਏ, ਠੀਕ ਹੈ ਨਾ, ਫਿਰ ਨੀਚੇ ਆਪਾਂ ਡੀਮੈਰਿਟਸ ਦੀ ਹੈਡਿੰਗ ਪਾ ਲੈਂਦੇ ਹਾਂ, ਪਹਿਲਾਂ ਇੰਟਰਨਲ ਦੇ ਫਿਰ ਐਕਸਟਰਨਲ ਦੇ। ਫਸਟਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਮੈਰਿਟਸ ਕੀ ਹੈ, ਸਭ ਤੋਂ ਪਹਿਲਾਂ ਮੋਟੀਵੇਸ਼ਨ ਟੂ ਦਾ ਇੰਪਲੋਈਜ਼। ਆਬਵੀਅਸ ਜੀ ਗੱਲ ਹੈ, ਅਗਰ ਮੈਨੂੰ ਪਤਾ ਮੇਰੀ ਆਰਗੇਨਾਈਜੇਸ਼ਨ ਦੇ ਵਿੱਚ ਕੱਲ੍ਹ ਨੂੰ ਅਗਰ ਕੋਈ ਹਾਇਰ ਲੈਵਲ ਪੋਸਟ ਖਾਲੀ ਹੋਏਗੀ ਤਾਂ ਉਹਦੇ ਲਈ ਸਾਡੇ 'ਚੋਂ ਕੋਈ ਵਿਅਕਤੀ ਦੀ ਸਿਲੈਕਸ਼ਨ ਹੋਣੀ ਹੈ, ਤਾਂ ਸਾਰੇ ਇੰਪਲੋਈਜ਼ ਆਪਣਾ 100% ਐਫਰਟ ਲਗਾਉਣਗੇ ਆਰਗੇਨਾਈਜੇਸ਼ਨ ਦੇ ਵਿੱਚ ਤਾਂ ਕਿ ਉਹਨਾਂ ਨੂੰ ਓਪਰਚੁਨਿਟੀਜ਼ ਮਿਲ ਸਕਣ ਕਿ ਕੱਲ੍ਹ ਨੂੰ ਉਹ ਹਾਇਰ ਪੋਜੀਸ਼ਨ ਦੇ ਉੱਪਰ ਆਪਣੇ ਆਪ ਨੂੰ ਦੇਖਣ, ਠੀਕ ਹੈ ਨਾ। ਸੋ ਇਟ ਇਜ਼ ਅ ਪਾਰਟ ਆਫ ਇਟ ਪਲੇਜ਼ ਅ ਵੈਰੀ ਬਿਗ ਪਾਰਟ in motivating the employees. So internal source of recruitment is a best part to motivate our employees. So it is a part of motivation to employees. Next ਇਸ ਤੋਂ ਬਾਅਦ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕਾਸਟ ਬਹੁਤ ਘੱਟ ਪੈਂਦੀ ਹੈ, ਖਰਚਾ ਤਾਂ ਕੋਈ ਵੀ ਨਹੀਂ ਹੈਗਾ। ਟ੍ਰਾਂਸਫਰ ਕਰਨਾ ਜਾਂ ਤਾਂ ਤੁਹਾਨੂੰ ਕਿਸੇ ਇੱਕ ਬੰਦੇ ਨੂੰ ਕਿਸੇ ਦੂਸਰੀ ਜਗ੍ਹਾ ਦੇ ਉੱਪਰ ਸਰਵਿਸ ਐਕਸਟੈਂਡ ਕਰ ਦਿਓ ਤਾਂ ਇਸ 'ਚ ਕਿਹੜੇ ਖਰਚੇ ਪੈ ਰਹੇ ਤੁਹਾਡੇ, ਠੀਕ ਹੈ। ਬਾਕੀ ਸਿੰਪਲ ਮਕੈਨਿਜ਼ਮ, ਕੋਈ ਤੁਹਾਨੂੰ ਲੰਬਾ ਚੌੜਾ ਕੋਈ ਮੈਥਡ ਫੋਲੋ ਨਹੀਂ ਕਰਨਾ ਪੈ ਰਿਹਾ ਕਿਸੇ ਵਿਅਕਤੀ ਦੀ ਭਰਤੀ ਦੇ ਲਈ, ਠੀਕ ਹੈ ਨਾ। ਤਾਂ ਸਿੰਪਲ ਮਕੈਨਿਜ਼ਮ ਹੈ ਕਿ ਆਪਾਂ ਕੀ ਕਰ ਰਹੇ ਹੈਗੇ ਹਾਂ ਅੱਜ ਦੀ ਡੇਟ ਦੇ ਵਿੱਚ, ਵਰਕਰਸ ਨੂੰ ਇੱਕ ਜਗ੍ਹਾ ਤੋਂ ਕਿਸੇ ਦੂਸਰੀ ਜਗ੍ਹਾ ਸ਼ਿਫਟ ਕਰ ਰਹੇ ਹਾਂ ਜਾਂ ਪ੍ਰਮੋਟ ਕਰ ਰਹੇ ਹਾਂ ਜਾਂ ਫਿਰ ਐਕਸਟੈਂਡ ਕਰ ਰਹੇ ਹਾਂ ਉਹਨਾਂ ਦੀ ਸਰਵਿਸਿਸ। ਬਾਕੀ ਟ੍ਰੇਨਿੰਗ ਦੀ ਕੋਈ ਲੋੜ ਨਹੀਂ ਹੈਗੀ, ਬੰਦਾ ਆਪਣੇ ਕੋਲ ਹੀ ਕੰਮ ਕਰ ਰਿਹਾ ਤਾਂ ਉਸਨੂੰ ਪਤਾ ਵੀ ਕੰਮ ਕਿਸ ਤਰੀਕੇ ਨਾਲ ਕਰਨਾ ਹੈ, ਕਿਆ ਮੇਰੀ ਅਥੋਰਿਟੀ ਹੈ, ਕਿਆ ਮੇਰੀ ਰਿਸਪॉन्सिबिलिटी है। ਸੋ ਟ੍ਰੇਨਿੰਗ ਦਾ ਖਰਚਾ ਬਚ ਜਾਂਦਾ ਆਪਣਾ, ਠੀਕ ਹੈ। ਸੋ ਦੀਜ਼ ਆਰ ਦਾ ਸਮ ਆਫ ਦਾ ਕੀ ਪੁਆਇੰਟਸ ਰਿਲੇਟਿਡ ਟੂ ਮੈਰਿਟਸ, ਠੀਕ ਹੈ। ਇਸ ਤੋਂ ਇਲਾਵਾ ਨੁਕਸਾਨ ਕੀ ਹੈ ਹੁਣ, ਨੁਕਸਾਨ ਸਭ ਤੋਂ ਬੜਾ ਤਾਂ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕੋਈ ਫਰੈਸ਼ ਟੈਲੈਂਟ ਆਪਣੇ ਕੋਲ ਨਹੀਂ ਆ ਪਾਏਗਾ, ਠੀਕ ਹੈ। नो फ्रेश टैलेंट इंट्रोड्यूस इन द बिजनेस, नो फ्रेश टैलेंट, ठीक है ना। ਉਹੀ ਬੰਦੇ ਦੁਬਾਰਾ ਤੋਂ ਕੰਮ ਕਰਨਗੇ ਤਾਂ ਜੋ ਨਵੀਂ ਥਿੰਕਿੰਗ ਜਾਂ ਫਿਰ ਨਵੀਂ ਸਕਿੱਲਸ ਜਾਂ ਫਿਰ ਨਿਊ ਇਨੋਵੇਸ਼ਨਸ ਕਿਸੇ ਨਵੇਂ ਫਰੈਸ਼ਰ ਦੇ ਆਉਣ ਨਾਲ ਆਪਾਂ ਨੂੰ ਮਿਲ ਸਕਦੀਆਂ ਸੀਗੀਆਂ, ਉਹ ਨਹੀਂ ਮਿਲ ਪਾਏਗੀਆਂ, ਓਬਵੀਅਸ ਜੀ ਗੱਲ ਹੈ। ਇਸ ਤੋਂ ਇਲਾਵਾ ਯੂਜ਼ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇਸ ਤਰੀਕੇ ਦਾ ਮੈਥਡ ਦਾ ਕਾਫੀ ਜ਼ਿਆਦਾ ਲਿਮਿਟਿਡ ਹੈ ਆਪਣੇ ਕੋਲ, ਲਿਮਿਟਿਡ ਯੂਜ਼, ਕਿਉਂਕਿ ਗਿਣਤੀ ਚੁਣਤੀ ਦੇ ਬੰਦੇ ਥੋੜੀ ਆਰਗੇਨਾਈਜੇਸ਼ਨ 'ਚ ਹੈਗੇ ਹੈ, ਉਹਨਾਂ ਦੇ ਵਿੱਚੋਂ ਸਿਲੈਕਸ਼ਨ ਕਰਨੀ ਹੈਗੀ ਹੈ, ਤਾਂ ਕਿੰਨੀ ਕੁ ਦੇਰ ਤੱਕ ਤੁਸੀਂ ਇਸ ਤਰੀਕੇ ਨਾਲ ਕੰਮ ਚਲਾਓਗੇ। ਤਾਂ ਇਟ ਮੀਨਸ ਬੇਸਿਕਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਲੌਂਗ ਟਰਮ 'ਚ ਇਹਦਾ ਸਕੋਪ ਨਹੀਂ ਹੈਗਾ ਇੰਨਾ ਜ਼ਿਆਦਾ ਅਗਰ ਆਪਾਂ ਗੱਲ ਕਰੀਏ।
ਸ਼ਾਰਟ ਟਰਮ ਦੇ ਲਈ ਠੀਕ ਹੈ, ਬਟ ਲੌਂਗ ਟਰਮ 'ਚ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਮੈਥਡ ਜਿਹੜਾ ਹੈਗਾ ਸੁਟੇਬਲ ਆਪਣੇ ਵਾਸਤੇ ਨਹੀਂ ਰਹੇਗਾ, ਠੀਕ ਹੈ। ਇਸੇ ਕਰਕੇ ਆਪਾਂ ਇਸ ਨੂੰ ਕੀ ਕਹਿ ਰਹੇ ਹਾਂ, ਲਿਮਿਟਿਡ ਯੂਜ਼ ਦਾ ਆਪਣੇ ਕੋਲ। ਦੂਸਰੇ ਪਾਸੇ ਐਕਸਟਰਨਲ ਦੇ ਫਾਇਦੇ ਨੁਕਸਾਨ ਅਗਰ ਆਪਾਂ ਗੱਲ ਕਰੀਏ ਤਾਂ ਜੋ ਉਹਦੇ ਫਾਇਦੇ ਸੀਗੇ ਉਹਦੇ ਨੁਕਸਾਨ ਹੋਣਗੇ ਬੇਸਿਕਲੀ ਅਗਰ ਆਪਾਂ ਲਗਾ ਕੇ ਦੇਖੀਏ। ਜਿਵੇਂ ਮਹਿੰਗਾ ਬਹੁਤ ਪਏਗਾ ਮੈਥਡ, ਹਾਈ ਕਾਸਟ, ਕਿਉਂਕਿ ਬੇਸਿਕਲੀ ਉਹਦੇ ਕੌਣ ਪਲੇ ਜਾਏਗਾ, HRM, ਹਿਊਮਨ ਰਿਸੋਰਸ ਮੈਨੇਜਮੈਂਟ, ਠੀਕ ਹੈ। ਸੈਕਿੰਡ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਮੈਥਡ ਕੰਪਲੈਕਸ ਹੁੰਦਾ ਹੈਗਾ ਸਿਲੈਕਟ ਕਰਨ ਦਾ ਇੰਪਲੋਈਜ਼ ਨੂੰ ਜਾਂ ਕੈਂਡੀਡੇਟਸ ਨੂੰ, ਜਾਂ ਲੈਂਥੀ ਕਹਿ ਸਕਦੇ ਆਪਾਂ, ਲੈਂਥੀ ਐਂਡ ਕੰਪਲੀਕੇਟਿਡ ਮੈਕੈਨਿਜ਼ਮ, ਲੈਂਥੀ ਐਂਡ complicated mechanism, ठीक है। ये सॉरी डीमेरिट्स के पॉइंट्स हैं और मैंशन कर दूँगा, जो ਇਹਦੇ ਮੈਰਿਟ ਸੀਗੇ ਉਹਦੇ ਡੀਮੈਰਿਟਸ ਬਣਨਗੇ ਇੱਕ ਤਰ੍ਹਾਂ ਦੇ, ਠੀਕ ਹੈ ਨਾ। ਬਾਕੀ ਆਪਣਾ ਜਿਹੜਾ ਐਗਜ਼ਿਸਟਿੰਗ ਸਟਾਫ ਹੈ ਉਸ ਨੂੰ ਕਾਫੀ ਹੱਦ ਤੱਕ ਡਿਸਸੈਟਿਸਫੈਕਸ਼ਨ ਫੀਲ ਹੋਏਗੀ, ਤਾਂ ਡਿਸਸੈਟਿਸਫੈਕਸ਼ਨ ਅਮੰਗ ਐਗਜ਼ਿਸਟਿੰਗ ਸਟਾਫ। ਸੋ these are some of the demerits। ਫਾਇਦਿਆਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਓਬਵੀਅਸ ਜੀ ਗੱਲ ਹੈ, ਫਰੈਸ਼ਰਸ ਆਪਣੇ ਕੋਲ ਹੁਣ ਆਉਣਗੇ, ਠੀਕ ਹੈ ਨਾ। ਸੋ ਇੰਟਰੋਡਕਸ਼ਨ ਆਫ ਨਿਊ ਟੈਲੈਂਟ, ਇੰਟਰੋਡਕਸ਼ਨ ਆਫ ਨਿਊ ਟੈਲੈਂਟ, ਨਵੇਂ ਬੰਦੇ ਜਦੋਂ ਕੰਮ 'ਤੇ ਆਉਣਗੇ ਤਾਂ ਉਹਨਾਂ ਦੇ ਅੰਦਰ ਸਪਿਰਿਟ ਆਫ ਕੰਪੀਟੀਸ਼ਨ ਵੀ ਹੋਏਗਾ, ਸਪਿਰਿਟ ਆਫ ਕੰਪੀਟੀਸ਼ਨ, ਠੀਕ ਹੈ ਨਾ। ਬਾਕੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕਿਤੇ ਨਾ ਕਿਤੇ ਲੌਂਗ ਟਰਮ ਦੇ ਲਈ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਬੈਨੀਫਿਸ਼ੀਅਲ ਹੈ, ਬੈਨੀਫਿਸ਼ੀਅਲ ਇਨ ਲੌਂਗ ਪੀਰੀਅਡ। So these are the some merits related to external source of recruitment। ਤਾਂ ਇਹਦੇ 'ਚੋਂ ਅਗਰ ਆਪਾਂ ਲਗਾ ਕੇ ਦੇਖੀਏ ਤਾਂ 4 ਮਾਰਕਸ ਦਾ ਕੁਐਸਚਨ ਜਿਹੜਾ ਹੈਗਾ ਆਪਣੇ ਕੋਲ ਬਣ ਸਕਦਾ ਹੈ, ਚਾਹੇ ਸੋਰਸਿਸ 'ਚੋਂ ਬਣ ਜਾਵੇ ਚਾਹੇ ਮੈਰਿਟਸ ਡੀਮੈਰਿਟਸ 'ਚੋਂ ਬਣ ਜਾਵੇ। ਨੈਕਸਟ ਇਸ ਤੋਂ ਬਾਅਦ ਹੁਣ ਅਗਰ ਆਪਾਂ ਗੱਲ ਕਰੀਏ ਸਿਲੈਕਸ਼ਨ ਪ੍ਰੋਸੈਸ ਆਫਟਰ ਦਾ ਰਿਕਰੂਟਮੈਂਟ। ਨੈਕਸਟ ਚੀਜ਼ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕੀ ਹੈ, ਸਿਲੈਕਸ਼ਨ ਪ੍ਰੋਸੈਸ ਦੀ ਹੈ। ਇਸ ਨੂੰ ਆਪਾਂ ਨੈਗੇਟਿਵ ਪ੍ਰੋਸੈਸ ਵੀ ਕਹਿ ਸਕਦੇ ਹਾਂ। ਧਿਆਨ ਰੱਖਣਾ ਰਿਕਰੂਟਮੈਂਟ ਆਪਣੇ ਆਪ 'ਚ ਕੀ ਇੱਕ ਪੋਜ਼ੀਟਿਵ ਪ੍ਰੋਸੈਸ ਹੈ, ਉੱਥੇ ਮੈਂ ਮੈਂਸ਼ਨ ਕਰ ਦਿੰਦਾ ਰਿਕਰੂਟਮੈਂਟ ਆਪਣੇ ਆਪ 'ਚ ਕੀ ਇੱਕ ਪੋਜ਼ੀਟਿਵ ਪ੍ਰੋਸੈਸ ਹੈ, ਕਿਉਂਕਿ ਉਹ ਆਪਾਂ ਵੈਕੈਂਸੀਜ਼ ਦੇ ਲਈ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਕੈਂਡੀਡੇਟਸ ਕੀ ਕਰਨ, ਅਪਲਾਈ ਕਰਨ, ਠੀਕ ਹੈ ਨਾ। ਬਟ ਇਸ 'ਚੋਂ ਸਿਲੈਕਟ ਤਾਂ ਆਪਾਂ ਨੇ ਉਨੀ ਕਰਨੇ ਜਿੰਨੇ ਆਪਾਂ ਨੂੰ ਚਾਹੀਦੇ ਹੈਗੇ, ਤਾਂ ਇਸ ਕਰਕੇ 200 ਐਪਲੀਕੇਸ਼ਨਸ ਦੇ ਵਿੱਚੋਂ ਅਗਰ ਆਪਣੇ ਕੋਲ 20 ਵੈਕੈਂਸੀਜ਼ ਹੀ ਹੈ ਤਾਂ 180 ਵਿਅਕਤੀ ਨੂੰ ਆਪਾਂ ਐਲੀਮੀਨੇਟ ਕਰਾਂਗੇ। ਸੋ ਇਟ ਇਜ਼ ਨੋਨ ਐਜ਼ ਨੈਗੇਟਿਵ ਪ੍ਰੋਸੈਸ, ਠੀਕ ਹੈ ਨਾ। ਤਾਂ ਇਹਦੇ ਅੰਦਰ ਸਟੈਪ ਬਾਈ ਸਟੈਪ ਆਪਾਂ ਨੇ ਪੁਆਇੰਟ ਸਮਝਣੇ ਆ ਪ੍ਰੈਕਟੀਕਲੀ ਬਿਲਕੁਲ। ਦੇਖੋ ਸਭ ਤੋਂ ਪਹਿਲਾਂ ਅਗਰ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਕੋਈ ਵੈਕੈਂਸੀ ਖਾਲੀ ਹੁੰਦੀ ਹੈਗੀ ਤਾਂ ਤੁਸੀਂ ਉੱਥੇ ਅਪਲਾਈ ਕਰਨ ਵਾਸਤੇ ਜਾਂਦੇ ਹੋ ਤਾਂ ਆਪਣੇ ਐਪਲੀਕੇਸ਼ਨ ਫਾਰਮ ਸਬਮਿਟ ਕਰਾ ਕੇ ਆਉਂਗੇ ਉੱਥੇ ਵਿਦ ਰਿਜ਼ਿਊਮ, ਠੀਕ ਹੈ ਨਾ। ਤਾਂ ਜਿਹੜਾ ਵੀ ਉੱਥੇ ਕਾਊਂਟਰ ਦੇ ਉੱਪਰ ਜਾਂ ਫਿਰ ਆਪਾਂ ਕਹਿ ਸਕਦੇ ਕਿ ਉਹਨਾਂ ਦੇ ਰਿਸੈਪਸ਼ਨ ਦੇ ਉੱਪਰ ਬੰਦਾ ਬੈਠਾ ਹੋਏਗਾ, ਉਹ ਤੁਹਾਡੀ ਐਪਲੀਕੇਸ਼ਨਸ ਨੂੰ ਕੀ ਕਰੇਗਾ, ਰਿਸੀਵ ਕਰੇਗਾ। ਤਾਂ ਫਸਟ ਪੁਆਇੰਟ ਆਪਣੇ ਕੋਲ ਕਿਸ ਚੀਜ਼ ਦਾ ਆਏਗਾ, ਰਿਸੀਟ ਆਫ ਐਪਲੀਕੇਸ਼ਨਸ, ਠੀਕ ਹੈ। ਇਹਨਾਂ ਐਪਲੀਕੇਸ਼ਨਸ ਨੂੰ ਰਿਸੀਵ ਕਰਨ ਤੋਂ ਬਾਅਦ ਨੈਕਸਟ ਟਾਈਮ ਕੰਮ ਕੀ ਹੋਏਗਾ, ਸਕਰੂਸ਼ਨਾਈਜ਼ਿੰਗ। ਤਾਂ ਸਕਰੂਸ਼ਨਾਈਜ਼ਿੰਗ ਆਫ ਐਪਲੀਕੇਸ਼ਨਸ, ਸਕਰੂਸ਼ਨਾਈਜ਼ਿੰਗ ਬੇਸਿਕਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਉਹ ਕੈਂਡੀਡੇਟਸ ਜਿਹੜੇ ਕਿ ਆਪਣੀ ਕੁਆਲੀਫਿਕੇਸ਼ਨਸ ਦੇ ਸਟੈਂਡਰਡਸ ਦੇ ਅਕੋਰਡਿੰਗ ਸੈੱਟ ਨਹੀਂ ਬੈਠਦੇ ਉਹਨਾਂ ਨੂੰ ਆਪਾਂ ਪਹਿਲੇ ਹੀ ਕਰ ਦਾਂਗੇ, ਐਲੀਮੀਨੇਟ ਕਰ ਦਾਂਗੇ, ਠੀਕ ਹੈ। ਉਸ ਤੋਂ ਬਾਅਦ ਪ੍ਰੀਲਿਮਿਨਰੀ ਸਕਰੀਨਿੰਗ, ਪ੍ਰੀਲਿਮਿਨਰੀ ਸਕਰੀਨਿੰਗ 'ਚ ਬੇਸਿਕਲੀ ਕੁਆਲੀਫਿਕੇਸ਼ਨਸ ਤੋਂ ਇਲਾਵਾ ਕੁਛ ਅਦਰ ਕੰਡੀਸ਼ਨ ਸੀਗੀਆਂ ਜੋਬ ਨੂੰ ਅਪਲਾਈ ਕਰਨ ਦੇ ਲਈ, ਅਗਰ ਤੁਸੀਂ ਉਹ ਫੁਲਫਿਲ ਨਹੀਂ ਕਰ ਪਾ ਰਹੇ ਹੈਗੇ ਤਾਂ ਉਹਨਾਂ ਬੇਸਿਸ ਦੇ ਉੱਪਰ ਆਪਾਂ ਹੀ ਕਰ ਦਾਂਗੇ, ਉਹਨਾਂ ਕੈਂਡੀਡੇਟਸ ਨੂੰ ਐਲੀਮੀਨੇਟ ਕਰ ਦਾਂਗੇ। ਜਿਵੇਂ ਕੁਆਲੀਫਿਕੇਸ਼ਨ ਤੋਂ ਇਲਾਵਾ ਆਪਾਂ ਨੇ ਰੱਖਿਆ ਸੀਗਾ ਕਿ ਅਗਰ ਐਟਲੀਸਟ ਵਰਕਰ ਕੋਲ 2 ਸਾਲ ਦਾ ਐਕਸਪੀਰੀਅੰਸ ਕਿਸੇ ਜਗ੍ਹਾ 'ਤੇ ਕੰਮ ਕਰਨ ਦਾ ਹੋਣਾ ਚਾਹੀਦਾ ਹੈਗਾ, ਜਾਂ ਉਹਦੀ ਏਜ ਦੇ ਰਿਲੇਟਿਡ ਆਪਾਂ ਨੇ ਕੋਈ ਉਹ ਕੰਡੀਸ਼ਨ ਰੱਖੀ ਸੀਗੀ, ਅਗਰ ਉਹ ਫੁਲਫਿਲ ਨਾ ਹੋ ਪਾਈ ਤਾਂ ਉਹਨਾਂ ਸਟੇਜਿਸ ਦੇ ਵਿੱਚ ਪ੍ਰੀਲਿਮਿਨਰੀ ਸਕਰੀਨਿੰਗ ਦੇ ਅੰਦਰ ਉਹ ਜਿਹੜੇ ਕੈਂਡੀਡੇਟਸ ਹੈਗੇ ਉਹਨਾਂ ਨੂੰ ਕੀ ਕਰ ਦਿੱਤਾ ਜਾਂਦਾ, ਰਿਮੂਵ ਕਰ ਦਿੱਤਾ ਜਾਂਦਾ ਹੈਗਾ, ਠੀਕ ਹੈ। ਇਸ ਤੋਂ ਇਲਾਵਾ ਫਿਰ ਆਪਾਂ ਉਹਨਾਂ ਦੇ ਇੱਕ ਬਲੈਂਕ ਐਪਲੀਕੇਸ਼ਨ ਫਾਰਮ ਫਿਲ ਕਰਾਵਾਂਗੇ, ਫਿਲਿੰਗ ਅਪ ਆਫ ਬਲੈਂਕ ਐਪਲੀਕੇਸ਼ਨ ਫਾਰਮ, ਜਿਹਦੇ 'ਚ ਬੇਸਿਕ ਡਿਟੇਲਸ ਉਹਨਾਂ ਦੀ, ਜਿੱਥੇ ਉਹ ਕੰਮ ਕਰਦੇ ਹੈਗੇ ਆ ਉਸ ਬਾਰੇ ਜਾਣਕਾਰੀ, ਐਕਸਪੀਰੀਅੰਸ ਕਿੰਨੇ ਸਾਲ ਦਾ ਹੈਗਾ, ਜਾਂ ਫਿਰ ਅਗਰ ਉਹਨਾਂ ਬਾਰੇ ਆਪਾਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿਸੇ ਐਕਸਟਰਨਲ ਪਰਸਨ ਤੋਂ, ਕਿਉਂਕਿ ਆਪਾਂ ਤਾਂ ਉਸਨੂੰ ਜਾਣਦੇ ਹੀ ਨਹੀਂ ਹੈਗੇ, ਤਾਂ ਉਹਦਾ ਬਿਹੇਵੀਅਰ ਕਿਸ ਤਰੀਕੇ ਦਾ, ਉਹਦਾ ਲੈਵਲ ਆਫ ਕਮਿਊਨੀਕੇਸ਼ਨ ਕਿਸ ਤਰੀਕੇ ਦਾ, ਉਹ ਕਿਸੇ ਜਗ੍ਹਾ 'ਤੇ ਅਗਰ ਕੰਮ ਕਰ ਚੁੱਕਿਆ ਹੈਗਾ ਤਾਂ ਕਿਸ ਤਰੀਕੇ ਨਾਲ ਕੰਮ ਕੀਤਾ ਹੈਗਾ ਉਸਨੇ, ਐਸੀ ਜਾਣਕਾਰੀ ਅਗਰ ਆਪਾਂ ਨੇ ਕੋਈ ਉਸ ਵਿਅਕਤੀ ਬਾਰੇ ਲੈਣੀ ਹੈ
ਤਾਂ ਆਪਾਂ ਕੋਈ ਕੰਟੈਕਟ ਨੰਬਰਸ ਜਿਹੜੇ ਹੈਗੇ ਆ ਉਹ ਮੈਂਸ਼ਨ ਕਰਵਾਵਾਂਗੇ ਉਹਨਾਂ ਤੋਂ, ਠੀਕ ਹੈ, ਤਾਂ ਕਿ ਆਪਾਂ ਉਹਨਾਂ ਵਿਅਕਤੀਆਂ ਨਾਲ ਕੰਟੈਕਟ ਕਰਕੇ ਉਹਦੇ ਬਾਰੇ ਜਾਣਕਾਰੀ ਲੈ ਸਕੀਏ। ਆਫਟਰ ਦੈਟ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਹੁਣ ਮੂਵ ਔਨ ਕਰਾਂਗੇ ਨੈਕਸਟ ਚੀਜ਼ ਜਿਹੜੀ ਕਿ ਸਿਲੈਕਸ਼ਨ ਦੇ ਲਈ ਮੇਨ ਹੈਗੀ ਹੈ, ਦੈਟ ਇਜ਼ ਆਰ ਸਿਲੈਕਸ਼ਨ ਟੈਸਟ। ਠੀਕ ਹੈ, ਟੈਸਟ ਕੰਡਕਟ ਕੀਤਾ ਜਾਏਗਾ ਜਿਹਦੇ 'ਚ ਬਹੁਤ ਸਾਰੇ ਤਰੀਕੇ ਟੈਸਟ ਇੰਕਲੂਡ ਹੋਣਗੇ, ਠੀਕ ਹੈ ਨਾ, ਜਿਸ 'ਚ ਨੋਰਮਲੀ ਅਗਰ ਆਪਾਂ ਲਗਾ ਕੇ ਦੇਖੀਏ ਉਹਦਾ ਲੈਵਲ ਆਫ ਇੰਟੈਲੀਜੈਂਸ ਕਿਸ ਤਰੀਕੇ ਦਾ ਹੈ ਉਹ ਆਪਾਂ ਚੈੱਕ ਕਰਾਂਗੇ। ਇਸ ਤੋਂ ਇਲਾਵਾ ਅਗਰ ਆਪਾਂ ਲਗਾ ਕੇ ਦੇਖੀਏ ਉਹਦੀ ਪਰਸਨੈਲਿਟੀ ਕਿਸ ਤਰੀਕੇ ਦੀ ਹੈਗੀ ਹੈ, ਇਹ ਚੀਜ਼ਾਂ ਚੈੱਕ ਹੋਣਗੀਆਂ। ਬਾਕੀ ਉਹਦਾ ਇੰਟਰਸਟ ਕਿਸ ਫੀਲਡ ਦੇ ਅੰਦਰ ਹੈਗੀ ਆ, ਤਾਂ ਕਿ ਆਪਾਂ ਫਾਈਨਲੀ ਇਸ ਚੀਜ਼ ਨੂੰ ਆਇਡੈਂਟੀਫਾਈ ਕਰ ਸਕੀਏ ਵੀ ਆਰਗੇਨਾਈਜੇਸ਼ਨ ਦੀ ਕਿਹੜੀ ਜੌਬ ਵੈਕੈਂਸੀ ਦੇ ਲਈ ਉਹ ਕੈਂਡੀਡੇਟ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਸੁਟੇਬਲ ਆਪਣੇ ਕੋਲ ਹੋਏਗਾ, ਠੀਕ ਹੈ ਨਾ। ਤਾਂ ਇਹ ਸਾਰਾ ਕੰਮ ਕਿਹਦੇ ਅੰਦਰ ਹੋਏਗਾ, ਆਪਣਾ ਸਿਲੈਕਸ਼ਨ ਟੈਸਟ ਦੇ ਅੰਦਰ। ਆਫਟਰ ਦਾ ਸਿਲੈਕਸ਼ਨ ਟੈਸਟ ਨੈਕਸਟ ਸਟੇਜ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕਿਸ ਚੀਜ਼ ਦੀ ਆਪਣੇ ਕੋਲ ਇੰਟਰਵਿਊ ਰਾਊਂਡ, ਜਿਹਦੇ 'ਚ ਫੇਸ ਟੂ ਫੇਸ ਇੰਟਰੈਕਸ਼ਨ ਹੋਏਗੀ ਬਿਟਵੀਨ ਦਾ ਸਿਲੈਕਟਡ ਕੈਂਡੀਡੇਟਸ ਜਿਹੜੇ ਕਿ ਟੈਸਟ ਕਲੀਅਰ ਕਰਕੇ ਆएंगे ਆਪਣੇ ਕੋਲ, ਤਾਂ ਕਿ ਆਪਾਂ ਚੈੱਕ ਕਰ ਸਕੀਏ ਕਿ ਐਕਚੁਅਲ ਰੀਅਲ ਲਾਈਫ ਇਨਵਾਇਰਨਮੈਂਟ ਦੇ ਅੰਦਰ ਅਗਰ ਉਹਨਾਂ ਨੂੰ ਕੋਈ ਪ੍ਰੋਬਲਮਸ ਦਿੱਤੀ ਜਾਂਦੀ ਹੈਗੀ ਹੈ ਤਾਂ ਉਸ ਨੂੰ ਕਿਸ ਤਰੀਕੇ ਨਾਲ ਟੈਕਲ ਕਰਨਗੇ, ਔਰ ਜਿਹੜਾ ਵੀ ਆਪਣਾ ਕੀ ਹੈ ਇੰਟਰਵਿਊ ਪੈਨਲ ਹੈਗਾ ਉਹਦੇ ਕੁਐਸਚਨਸ ਦਾ ਕਿਸ ਤਰੀਕੇ ਨਾਲ ਆਨਸਰ ਕਰਦੇ ਹੈਗੇ, ਠੀਕ। ਆਫਟਰ ਦੈਟ ਰੈਫਰੈਂਸਿਸ ਚੈੱਕ ਹੋਣਗੇ, ਮਤਲਬ ਜੋ ਵੀ ਆਪਣੇ ਉਹਨਾਂ ਤੋਂ ਬੇਸਿਕ ਡਿਟੇਲਸ ਭਰਵਾਈਆਂ ਸੀਗੀਆਂ ਬਲੈਂਕ ਐਪਲੀਕੇਸ਼ਨ ਫਾਰਮ ਦੇ ਅੰਦਰ, ਉਹਨਾਂ ਨੂੰ ਆਪਾਂ ਚੈੱਕ ਕਰਵਾਵਾਂਗੇ ਡਿਟੇਲਸ ਵਗੈਰਾ ਨੂੰ। ਫਿਰ ਫਿਜ਼ੀਕਲ ਐਂਡ ਮੈਡੀਕਲ ਐਗਜ਼ਾਮੀਨੇਸ਼ਨ ਹੋਏਗੀ ਅਗਰ ਰਿਕੁਆਇਰਡ ਹੈਗੀ ਹੈ ਜੌਬ ਦੇ ਲਈ, ਤਾਂ ਫਿਜ਼ੀਕਲ ਐਂਡ ਮੈਡੀਕਲ ਐਗਜ਼ਾਮੀਨੇਸ਼ਨ ਜਿਵੇਂ ਤੁਸੀਂ ਦੇਖਿਆ ਹੋਏਗਾ ਆਰਮੀ ਵਗੈਰਾ ਦੀ ਅਗਰ ਭਰਤੀ ਹੁੰਦੀ ਹੈ ਤਾਂ ਉੱਥੇ ਫਿਜ਼ੀਕਲ ਐਂਡ ਮੈਡੀਕਲ ਐਗਜ਼ਾਮੀਨੇਸ਼ਨ ਹੁੰਦੀ ਹੈਗੀ ਹੈ ਸਿਲੈਕਟਡ ਕੈਂਡੀਡੇਟਸ ਦੀਆਂ। ਹੋ ਸਕਦਾ ਸਮਟਾਈਮਸ ਕਿ ਇਹਨਾਂ ਗਰਾਊਂਡਸ ਦੇ ਉੱਪਰ ਤੁਹਾਨੂੰ ਰਿਜੈਕਸ਼ਨ ਫੇਸ ਕਰਨੀ ਪੈ ਸਕਦੀ ਹੈ। ਇਸ ਤੋਂ ਇਲਾਵਾ ਹੁਣ ਜਦੋਂ ਸਾਰਾ ਕੁਝ ਕੰਪਲੀਟ ਹੋ ਗਿਆ ਤਾਂ ਜੌਬ ਲੈਟਰ ਤੁਹਾਨੂੰ ਹੈਂਡ ਓਵਰ ਕੀਤਾ ਜਾਏਗਾ, ਦੈਟ ਇਜ਼ ਆਰ ਫਾਈਨਲ ਅਪਰੂਵਲ। ਔਰ ਇਸ ਫਾਈਨਲ ਅਪਰੂਵਲ ਤੋਂ ਬਾਅਦ ਲਾਸਟ ਚੀਜ਼ ਕਿਸ ਚੀਜ਼ ਆਏਗੀ, ਪਲੇਸਮੈਂਟ ਐਂਡ ਓਰੀਐਂਟੇਸ਼ਨ, ਜੋ ਆਪਣਾ ਪਾਰਟ ਸੀਗਾ ਸਟਾਫਿੰਗ ਪ੍ਰੋਸੈਸ ਦੇ ਅੰਦਰ, ਠੀਕ ਹੈ ਨਾ। ਤਾਂ ਪਲੇਸਮੈਂਟ ਦਾ ਮਤਲਬ ਕਿ ਤੁਹਾਨੂੰ ਤੁਹਾਡਾ ਡੈਸਕ ਦੇ ਦਿੱਤਾ ਜਾਏਗਾ ਕਿ ਭਾਈ ਤੁਹਾਡਾ ਇਹ ਵਰਕਿੰਗ ਏਰੀਆ ਹੈਗਾ, ਤੁਸੀਂ ਉਰੇ ਬੈਠਣਾ ਹੈਗਾ ਆਪਣਾ। ਓਰੀਐਂਟੇਸ਼ਨ ਤੁਹਾਡੇ ਨਾਲ ਜਿਹੜੇ ਫੈਲੋ ਵਰਕਰਸ ਹੈਗੇ ਉਹਨਾਂ ਨਾਲ ਥੋੜ੍ਹੀ ਗੈਟ ਟੂਗੈਦਰ ਜਾਂ ਇੰਟਰੋਡਕਸ਼ਨ ਕਰਵਾ ਦਿੱਤੀ ਜਾਏਗੀ, ਤਾਂ ਕਿ ਤੁਸੀਂ ਉਹਨਾਂ ਨਾਲ ਮਿਲ ਕੇ ਜਿਹੜਾ ਹੈਗਾ ਹੁਣ ਆਪਣਾ ਕੰਮ ਸ਼ੁਰੂ ਕਰ ਸਕੋ, ਠੀਕ। ਨੈਕਸਟ ਅਗਰ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਟ੍ਰੇਨਿੰਗ ਮੈंने ਤੁਹਾਨੂੰ ਦੱਸੀ ਹੈ, ਇਕੁਇਪਿੰਗ ਦਾ ਵਰਕਰ with technical knowledge related to job, ਠੀਕ ਹੈ ਨਾ। ਜੋ ਕੰਮ ਤੁਹਾਨੂੰ ਕਰਨਾ ਹੈ ਉਹਦੇ ਰਿਲੇਟਿਡ ਤੁਹਾਨੂੰ ਟੈਕਨੀਕਲ ਨੌਲੇਜ ਜਾਂ ਟੈਕਨੀਕਲ ਸਕਿੱਲਸ ਜਿਹੜੀ ਹੈਗੀਆਂ ਉਹ ਸਿਖਾਈਆਂ ਜਾ ਰਹੀਆਂ, ਉਸੇ ਨੂੰ ਆਪਾਂ ਨਾਮ ਦਾ ਦਿੰਦੇ ਹਾਂ ਆਪਣੀ ਟ੍ਰੇਨਿੰਗ ਦਾ, ਠੀਕ ਹੈ ਨਾ। ਅਤੇ ਟ੍ਰੇਨਿੰਗ ਦੇ ਆਪਣੇ ਕੋਲ ਦੋ ਤਰੀਕੇ ਦੇ ਮੈਥਡਸ ਹੁੰਦੇ, ਔਨ ਦਾ ਜੌਬ ਐਂਡ ਆਫ ਦਾ ਜੌਬ। ਔਨ ਦਾ ਜੌਬ ਟ੍ਰੇਨਿੰਗ ਮੈਥਡਸ ਐਂਡ ਆਫ ਦਾ ਜੌਬ ਇੰਪॉर्टेंट है, ठीक है। ऑन द जॉब ट्रेनिंग मैथड्स बेसिकली अगर ਆਪਾਂ ਲਗਾ ਕੇ ਦੇਖੀਏ ਤਾਂ ਮੀਨਿੰਗ ਤਾਂ ਕਲੀਅਰ ਹੈ। ਕੁਛ ਐਸੇ ਟ੍ਰੇਨਿੰਗ ਮੈਥਡ ਜਿਹਦੇ ਅੰਦਰ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਵਰਕਰਸ ਨੂੰ ਉਸੇ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਕੰਮ ਸਿਖਾਇਆ ਜਾ ਰਹੇਗਾ ਜਿੱਥੇ ਉਹਨਾਂ ਨੇ ਐਕਚੁਅਲ ਇਨਵਾਇਰਨਮੈਂਟ 'ਚ ਕੰਮ ਕਰਨਾ ਹੈ, ਠੀਕ ਹੈ ਨਾ। ਫੋਰ ਐਗਜ਼ਾਮਪਲ ਜਿਵੇਂ ਅਗਰ ਆਪਾਂ ਲਗਾ ਕੇ ਦੇਖੀਏ ਹੁਣ ਜਿਹੜੇ ਬੱਚੇ MBBS ਕਰ ਰਹੇ ਹੁੰਦੇ ਹੈਗੇ ਉਹਨਾਂ ਦੀ ਥਿਓਰੈਟੀਕਲ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਹਸਪੀਟਲਸ ਦੇ ਵਿੱਚ ਕੀ ਕੀਤਾ ਜਾਂਦਾ, ਡਾਕਟਰਸ ਜਿਹੜੇ ਸੀਨੀਅਰ ਹੁੰਦੇ ਉਹਨਾਂ ਨਾਲ ਕੰਮ ਸਿਖਾਉਣ ਵਾਸਤੇ ਭੇਜ ਦਿੱਤਾ ਜਾਂਦਾ ਹੈਗਾ। ਤਾਂ ਹੁਣ ਐਕਚੁਅਲ ਬਿਜ਼ਨਸ ਇਨਵਾਇਰਨਮੈਂਟ ਦਾ ਮਤਲਬ ਕੀ ਉੱਥੇ ਕਿ ਜੋ ਉਹਨਾਂ ਦੇ ਸਾਹਮਣੇ ਰੀਅਲ ਲਾਈਫ ਸਿਚੁਏਸ਼ਨਸ ਆਏਗੀਆਂ, ਜਿਵੇਂ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਹੈਗਾ ਜਾਂ ਕੋਈ ਕੈਂਸਰ ਪੇਸ਼ੈਂਟ ਹੈਗਾ, ਕਿਵੇਂ ਉਸ ਨਾਲ ਟੈਕਲ ਕਰਨਾ ਹੈਗਾ, ਕਿਵੇਂ ਉਹਦੀ ਇੰਸਪੈਕਸ਼ਨ ਕਰਨੀ ਹੈਗੀ, ਕਿਵੇਂ ਫਸਟ ਏਡ ਵਗੈਰਾ ਦੇਣੀ ਹੈਗੀ ਉਸਨੂੰ, ਤਾਂ ਉਹ ਮੌਕੇ 'ਤੇ ਸਿੱਖਦੇ ਹੈਗੇ ਉਹ, ਤਾਂ ਕਿ ਉਹਨਾਂ ਨੂੰ ਬਾਅਦ ਦੇ 'ਚ ਕੰਮ ਕਰਨ 'ਚ ਦਿੱਕਤ ਨਾ ਆਵੇ। ਸੋ ਰੀਅਲ ਲਾਈਫ ਸਿਚੁਏਸ਼ਨਸ ਜਿੱਥੇ ਕਿ ਤੁਹਾਨੂੰ ਐਕਚੁਅਲ 'ਚ ਕੰਮ ਕਰਨਾ ਹੈਗਾ ਉੱਥੇ ਅਗਰ ਤੁਹਾਨੂੰ ਕੰਮ ਸਿਖਾਇਆ ਜਾ ਰਿਹਾ ਤਾਂ ਉਸਨੂੰ ਆਪਾਂ ਨਾਮ ਦੇ ਦਿੰਦੇ ਹਾਂ ਔਨ ਦਾ ਜੌਬ ਮੈਥਡਸ ਆ। ਦੂਸਰੇ ਪਾਸੇ ਆਫ ਦਾ ਜੌਬ ਦਾ ਮਤਲਬ ਕੀ ਹੈ, ਕੁਛ ਐਸੇ ਟ੍ਰੇਨਿੰਗ ਮੈਥਡਸ ਜਿੱਥੇ ਤੁਹਾਨੂੰ ਕਿਸੇ ਸੈਪਰੇਟ ਰੂਮ 'ਚ ਲਿਜਾ ਕੇ ਜਾਂ ਫਿਰ ਵੀਡੀਓ ਕਾਨਫਰੰਸਿੰਗ ਦੇ ਥਰੂ ਅਗਰ ਆਪਾਂ ਲਗਾ ਕੇ ਦੇਖੀਏ ਸੈਮੀਨਾਰਸ ਦੇ ਥਰੂ ਟ੍ਰੇਨਿੰਗ ਅਗਰ ਪ੍ਰੋਵਾਈਡ ਕੀਤੀ ਜਾ ਰਹੀ ਹੈ ਜਿਹੜੀ ਕਿ ਬਿਯੋਂਡ ਦਾ ਬਿਜ਼ਨਸ ਪਲੇਸ ਹੈ, ਉਸ ਨੂੰ ਆਪਾਂ ਨਾਮ ਦੇ ਰਹੇ ਹਾਂ ਆਫ ਦਾ ਜੌਬ ਟ੍ਰੇਨਿੰਗ ਮੈਥਡਸ ਆ, ਠੀਕ ਹੈ। ਸੋ ਔਨ ਦਾ ਜੌਬ ਟ੍ਰੇਨਿੰਗ 'ਚ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਨੋਰਮਲੀ ਆਪਾਂ ਨੂੰ ਕੀ ਦੇਖਣ ਨੂੰ ਮਿਲਦੀ ਹੈ, ਐਪਰੈਂਟਾਈਸ਼ਿਪ ਟ੍ਰੇਨਿੰਗ। ਐਪਰੈਂਟਾਈਸ਼ਿਪ ਟ੍ਰੇਨਿੰਗ ਨੋਰਮਲੀ ਅਗਰ ਆਪਾਂ ਲਗਾ ਕੇ ਦੇਖੀਏ ਯੂਜੂਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਹੁੰਦਾ ਕੀ ਹੈ, ਜੂਨੀਅਰ ਸਟਾਫ ਨੂੰ ਸੀਨੀਅਰ ਸਟਾਫ ਦੇ ਨਾਲ ਅਟੈਚ ਕਰ ਦਿੱਤਾ ਜਾਂਦਾ ਤਾਂ ਕਿ ਉਹਨਾਂ ਨਾਲ ਕੰਮ ਸਿੱਖ ਲਵੇ ਉਹ, ਤਾਂ ਉਸ ਨੂੰ ਆਪਾਂ ਨਾਮ ਦੇ ਦਿੰਦੇ ਹਾਂ ਐਪਰੈਂਟਾਈਸ਼ਿਪ ਟ੍ਰੇਨਿੰਗ ਦਾ ਨਾਮ ਦੇ ਦਿੰਦੇ ਹਾਂ। ਜਿਵੇਂ ਐਗਜ਼ਾਮਪਲ ਤੌਰ 'ਤੇ ਤੁਹਾਨੂੰ ਬਹੁਤ ਵਾਰ ਇਹ ਚੀਜ਼ ਓਬਜ਼ਰਵ ਕੀਤੀ ਹੋਏਗੀ ਕਿ
ਘਰਾਂ ਦੇ ਵਿੱਚ ਤੁਸੀਂ ਏਸੀ ਦੀ ਸਰਵਿਸਿਜ਼ ਵਗੈਰਾ ਕਰਵਾਉਂਦੇ ਹੈਗੇ ਹੋ, ਠੀਕ ਹੈ ਨਾ। ਤਾਂ ਉੱਥੇ ਇੱਕ ਮੇਨ ਵਰਕਰ ਹੁੰਦਾ ਜਿਹੜਾ ਕਿ ਸਾਰੀ ਸਰਵਿਸਿੰਗ ਵਗੈਰਾ ਦਾ ਕੰਮ ਕਰ ਰਿਹਾ ਹੁੰਦਾ ਹੈ, ਅਤੇ ਇੱਕ ਬੰਦਾ ਜਿਹੜਾ ਉਹਦੇ ਨਾਲ ਹੁੰਦਾ ਜਿਹੜਾ ਕਿ ਕੰਮ ਓਬਜ਼ਰਵ ਕਰ ਰਿਹਾ ਹੁੰਦਾ ਵੀ ਕਿਸ ਤਰੀਕੇ ਨਾਲ ਕੰਮ ਹੋ ਰਹੇਗਾ, ਔਰ ਨਾਲ ਨਾਲ ਸਿੱਖ ਰਿਹਾ ਹੁੰਦਾ ਉਹ ਇੱਕ ਤਰ੍ਹਾਂ ਦਾ ਕੰਮ। ਤਾਂ ਉਸਨੂੰ ਆਪਾਂ ਨਾਮ ਦੇ ਦਿੰਦੇ ਹਾਂ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਦਾ। ਬਾਕੀ ਬੈਂਕਾਂ ਵਗੈਰਾ 'ਚ ਤੁਹਾਨੂੰ ਦੇਖਿਆ ਹੋਏਗਾ, ਜਦੋਂ ਤੁਸੀਂ SBI ਕਲਰਕ ਜਾਂ PO ਵਗੈਰਾ ਦੇ ਐਗਜ਼ਾਮਸ ਕਲੀਅਰ ਕਰੋਗੇ ਆਪਣੇ, ਤਾਂ ਉਸ ਤੋਂ ਬਾਅਦ ਤੁਹਾਨੂੰ ਸੀਨੀਅਰ ਸਟਾਫ ਨਾਲ ਅਟੈਚ ਕਰ ਦਿੱਤਾ ਜਾਏਗਾ, ਤਾਂ ਕਿ ਤੁਸੀਂ ਕੰਮ ਜਿਹੜਾ ਹੈਗਾ ਔਨ ਦਾ ਸਪੌਟ ਬੈਂਕ ਦੇ ਵਿੱਚ ਜਿਹੜਾ ਹੈਗਾ ਆਪਣਾ ਸਿੱਖਣਾ ਸ਼ੁਰੂ ਕਰ ਦਿਓ, ਠੀਕ ਹੈ। ਹੁੰਦੀ ਹੈ ਟ੍ਰੇਨਿੰਗ ਅਲੱਗ ਤੋਂ, ਮੈਂ ਮੰਨਦਾ ਇਸ ਚੀਜ਼ ਨੂੰ, ਬਟ ਸਮਟਾਈਮਸ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਲੋਅਰ ਲੈਵਲਸ ਦੇ ਉੱਪਰ ਇੰਨੀ ਟ੍ਰੇਨਿੰਗ ਨਹੀਂ ਹੁੰਦੀ ਜੂਨੀਅਰ ਸਟਾਫ ਦੇ ਲਈ। ਸੈਕਿੰਡ, ਇਸ ਤੋਂ ਬਾਅਦ ਅਗਰ ਆਪਾਂ ਲਗਾ ਕੇ ਦੇਖੀਏ ਇੰਟਰਨਸ਼ਿਪਸ, ਉਹਦਾ ਤਾਂ ਤੁਹਾਡਾ ਉਹੀ ਹੈ, ਕੋਲੈਬੋਰੇਸ਼ਨ ਦੇਖਣ ਨੂੰ ਮਿਲੇਗਾ ਤੁਹਾਨੂੰ ਕਿਸ ਚੀਜ਼ ਦਾ, ਐਜੂਕੇਸ਼ਨਲ ਇੰਸਟੀਟਿਊਟ ਦਾ ਪ੍ਰੋਫੈਸ਼ਨਲ ਕੰਪਨੀਜ਼ ਨਾਲ, ਠੀਕ ਹੈ ਨਾ। ਟਾਈ ਅਪ ਦੇਖਣ ਨੂੰ ਮਿਲੇਗਾ, ਜਿਹੜਾ ਕਿ ਤੁਹਾਨੂੰ ਮੈंने ਕਲੀਅਰਲੀ ਦੱਸਿਆ ਹੈਗਾ। ਮੈਡੀਕਲ ਫੀਲਡ ਦੇ ਅੰਦਰ ਤੁਹਾਨੂੰ ਦੇਖਣ ਨੂੰ ਮਿਲੇਗਾ, ਬਾਕੀ ਮੈਨੇਜਮੈਂਟ ਕੋਰਸਿਸ ਦੇ ਅੰਦਰ ਤੁਹਾਨੂੰ ਦੇਖਣ ਨੂੰ ਮਿਲੇਗੀਆਂ ਇਹ ਚੀਜ਼ਾਂ। ਇਸ ਤੋਂ ਇਲਾਵਾ ਜੌਬ ਰੋਟੇਸ਼ਨਸ, ਅਲੱਗ-ਅਲੱਗ ਜੌਬ ਪੋਜੀਸ਼ਨਸ ਦੇ ਉੱਪਰ ਤੁਹਾਨੂੰ ਜਿਹੜਾ ਹੈਗਾ ਕੀ ਕੀਤਾ ਜਾ ਰਿਹਾ ਹੈਗਾ, ਟ੍ਰਾਂਸਫਰ ਕੀਤਾ ਜਾ ਰਿਹਾ। ਜਿਵੇਂ ਤੁਸੀਂ ਪਹਿਲਾਂ ਪ੍ਰੋਡਕਸ਼ਨ ਡਿਪਾਰਟਮੈਂਟ 'ਚ ਸੀਗੇ, ਫਿਰ ਤੁਹਾਨੂੰ ਪਰਚੇਜ਼ ਡਿਪਾਰਟਮੈਂਟ 'ਚ ਭੇਜਿਆ ਗਿਆ। ਤਾਂ ਇਸ ਤਰੀਕੇ ਨਾਲ ਅਲੱਗ-ਅਲੱਗ ਜੌਬਸ ਚੇਂਜ ਕਰਨ ਕਰਕੇ ਹਰ ਇੱਕ ਜਗ੍ਹਾ 'ਤੇ ਤੁਹਾਨੂੰ ਕੰਮ ਸਿੱਖਣ ਦਾ ਮੌਕਾ ਮਿਲਿਆ। ਤਾਂ ਇਹ ਵੀ ਇੱਕ ਤਰ੍ਹਾਂ ਦਾ ਕੀ ਹੈ, ਔਨ ਦਾ ਜੌਬ ਟ੍ਰੇਨਿੰਗ ਮੈਥਡ ਦਾ ਇੱਕ ਪਾਰਟ ਹੈ, ਜਿਸ 'ਚ ਆਪਾਂ ਜੌਬ ਰੋਟੇਸ਼ਨ ਇੰਕਲੂਡ ਕਰ ਰਹੇ ਹੈਗੇ ਹਾਂ। ਕਈ ਤਰੀਕੇ ਦੀ ਜੌਬਸ ਹੋ ਸਕਦੀ ਹੈਗੀ, ਹੋ ਸਕਦਾ ਤੁਸੀਂ ਸੇਮ ਲੈਵਲ ਦੇ ਡਿਪਾਰਟਮੈਂਟ 'ਚ ਰਹਿ ਕੇ ਕੰਮ ਕਰ ਰਹੇ ਹੈਗੇ ਹੋ ਸਕਦਾ ਕਈ ਵਾਰ ਤੁਸੀਂ ਹਾਇਰ ਲੈਵਲ ਦੇ ਡਿਪਾਰਟਮੈਂਟ 'ਚ ਜਾ ਕੇ ਕੰਮ ਕਰੋ, ਠੀਕ ਹੈ। ਤਾਂ ਇਹ ਹੋ ਗਿਆ ਆਪਣੇ ਔਨ ਦਾ ਜੌਬ ਮੈਥਡਸ। ਆਫ ਦਾ ਜੌਬ 'ਚ ਮੈਂ ਤੁਹਾਨੂੰ ਪ੍ਰੈਫਰ ਕਰਾਂਗਾ ਬਸ ਦੋ ਤਰੀਕੇ, ਇੱਕ ਵੈਸਟੀਬਿਊਟਲ ਟ੍ਰੇਨਿੰਗਸ ਦਾ। ਵੈਸਟੀਬਿਊਟਲ ਦਾ ਮਤਲਬ ਕੀ ਹੈ, ਕ੍ਰੀਏਸ਼ਨ ਆਫ ਸੈਪਰੇਟ ਰੂਮ, ਟ੍ਰੇਨਿੰਗ ਜਿੱਥੇ ਪ੍ਰੋਵਾਈਡ ਕੀਤੀ ਜਾ ਰਹੀ ਹੈਗੀ ਅਲੱਗ ਤੋਂ ਕਿਸੇ ਕਮਰੇ 'ਚ ਜਾ ਕੇ। ਜਿਵੇਂ ਫਾਰ ਐਗਜ਼ਾਮਪਲ ਵਰਕਰਸ ਨੂੰ ਡਾਇਰੈਕਟ ਮਸ਼ੀਨਸ 'ਤੇ ਕੰਮ ਸਿਖਾਉਣ ਦੀ ਬਜਾਏ ਡਮੀਜ਼ ਦੇ ਉੱਪਰ ਕੰਮ ਸਿਖਾਇਆ ਜਾ ਰਿਹਾ, ਤਾਂ ਕਿ ਇੱਕ ਤਰ੍ਹਾਂ ਦੀ ਵੈਸਟੀਬਿਊਟਲ ਟ੍ਰੇਨਿੰਗ ਹੈ, ਠੀਕ ਹੈ। ਸੈਕਿੰਡ, ਅਗਰ ਆਪਾਂ ਗੱਲ ਕਰੀਏ ਤਾਂ ਲੈਕਚਰਸ, ਕਾਨਫਰੰਸਿਸ, ਸੈਮੀਨਾਰਸ, ਠੀਕ ਹੈ ਨਾ, ਜਾਂ ਵੀਡੀਓ ਕਾਨਫਰੰਸਿੰਗ, ਇਹ ਸਾਰੀ ਚੀਜ਼ਾਂ ਜਿਹੜੀ ਹੈਗੀਆਂ ਆਫ ਦਾ ਜੌਬ ਟ੍ਰੇਨਿੰਗ ਮੈਥਡ ਦੇ ਅੰਦਰ ਆ ਜਾਂਦੀ ਇੱਕ ਤਰ੍ਹਾਂ ਦੀਆਂ। ਹੁਣ ਜਿਵੇਂ ਫਾਰ ਐਗਜ਼ਾਮਪਲ ਜਦੋਂ GST ਇੰਪਲੀਮੈਂਟ ਹੋਇਆ ਸੀਗਾ ਇੰਡੀਆ ਦੇ ਅੰਦਰ, ਤਾਂ ਜਿੰਨੇ ਵੀ ਆਪਣੇ CA ਵਗੈਰਾ ਸੀਗੇ ਇਹਨਾਂ ਦੀ ਕਾਨਫਰੰਸਿਸ ਹੋਈਆਂ ਸੀਗੀਆਂ, ਜਾਂ ਫਿਰ ਅਗਰ ਆਪਾਂ ਦੇਖੀਏ ਤਾਂ ਲੈਕਚਰਸ ਅਟੈਂਡ ਹੋਏ ਸੀਗੇ, ਜਿੱਥੇ ਇਹਨਾਂ ਨੂੰ GST ਮਾਡਲ ਸਮਝਾਇਆ ਗਿਆ ਸੀ, ਔਰ ਕਿਸ ਤਰੀਕੇ ਨਾਲ ਐਕਚੁਅਲ GST ਕੈਲਕੂਲੇਸ਼ਨਸ ਕਰਨੀ ਹੈ, ਜਾਂ GST ਦੀ ਪ੍ਰੋਵੀਜ਼ਨ ਜਿਹੜੀ ਹੈਗੀ ਉਹ ਸਮਝਾਈ ਗਈ ਸੀ ਸਰਕਾਰ ਵੱਲੋਂ, ਠੀਕ ਹੈ ਨਾ। ਤਾਂ ਬੇਸਿਕਲੀ ਅਗਰ ਆਪਾਂ ਗੱਲ ਕਰੀਏ ਇੱਕ ਤਰ੍ਹਾਂ ਦਾ ਕੀ ਆ ਆਫ ਦਾ ਜੌਬ ਟ੍ਰੇਨਿੰਗ ਮੈਥਡ ਇੱਕ। ਹੁਣ ਇਹਦੇ ਫਾਇਦੇ ਨੁਕਸਾਨ ਦੇ ਲਈ ਐਡਵਾਂਟੇਜ ਡਿਸਐਡਵਾਂਟੇਜ ਦੇ ਕੋਈ ਦੋ ਪੁਆਇੰਟਸ ਜਿਹੜੇ ਹੈਗੇ ਆਪਣੇ ਯਾਦ ਕਰ ਲਿਓ, ਦੋਨਾਂ ਦੀ, ਐਨੀ 2 ਪੁਆਇੰਟਸ, ਇਸ ਤੋਂ ਜ਼ਿਆਦਾ ਕਰਨ ਦੀ ਲੋੜ ਨਹੀਂ ਹੈ। ਨੋਰਮਲ ਫਾਇਦੇ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਔਨ ਦਾ ਜੌਬ ਦੇ ਕੀ ਹੋਏਗੇ। ਔਨ ਦਾ ਜੌਬ ਦੇ ਵਿੱਚ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇਹ ਮੈਥਡ ਜਿਹੜਾ ਹੈਗਾ ਕੈਂਡੀਡੇਟਸ ਨੂੰ ਐਕਚੁਅਲ ਬਿਜ਼ਨਸ ਇਨਵਾਇਰਮੈਂਟ ਦੀ ਨੌਲੇਜ ਦਿੰਦਾ ਹੈਗਾ, ਤਾਂ ਕਿ ਉਹਨਾਂ ਨੂੰ ਕੋਈ ਹਾਰਡਸ਼ਿਪਸ ਫੇਸ ਨਾ ਕਰਨੀਆਂ ਪੈਣ ਜਦੋਂ ਉਹ ਰੀਅਲ ਵਰਲਡ ਦੇ ਵਿੱਚ ਕੰਮ ਕਰਨਗੇ, ਠੀਕ ਹੈ। ਜ਼ਿਆਦਾਤਰ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਔਨ ਦਾ ਜੌਬ ਮੈਥਡ ਟ੍ਰੇਨਿੰਗ ਜਿਹੜੀ ਹੈਗੀ ਹੈ ਉਹ ਕਹਿ ਸਕਦੇ ਕਿ ਲੋਅਰ ਲੈਵਲ ਇੰਪਲੋਈਜ਼ ਨੂੰ ਜ਼ਿਆਦਾ ਦਿੱਤੀ ਜਾਣਗੀ ਆਪਣੇ ਕੋਲ, ਠੀਕ ਹੈ ਨਾ, ਹਾਈਲੀ ਸੁਟੇਬਲ ਫॉर ਦਾ ਲੋਅਰ ਲੈਵਲ ਇੰਪਲੋਈਜ਼। ਦੂਸਰੇ ਪਾਸੇ ਆਫ ਦਾ ਜੌਬ ਟ੍ਰੇਨਿੰਗ ਮੈਥਡ ਦੇ ਵਿੱਚ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਹਾਇਰ ਲੈਵਲ ਆਫੀਸ਼ੀਅਲਸ ਨੂੰ ਸਿਰਫ ਆਪਾਂ ਇਸ ਤਰੀਕੇ ਦੀ ਟ੍ਰੇਨਿੰਗ ਦੇ ਸਕਦੇ ਹੈਗੇ ਹਾਂ, ਕਿਉਂਕਿ ਉਹਨਾਂ ਦੇ ਅੰਦਰ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕੈਪੇਬਿਲਿਟੀਜ਼ ਆਫ ਅੰਡਰਸਟੈਂਡਿੰਗ ਦਾ ਥਿੰਗਸ ਜ਼ਿਆਦਾ ਹੋਏਗੀ ਅਗਰ ਆਪਾਂ ਗੱਲ ਕਰੀਏ। ਦੂਸਰੇ ਪਾਸੇ ਆਫ ਦਾ ਜੌਬ ਟ੍ਰੇਨਿੰਗ ਮੈਥਡ ਜਿਹੜਾ ਹੈਗਾ ਕਿਤੇ ਨਾ ਕਿਤੇ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੱਕ ਕਹਿ ਸਕਦੇ ਹਾਂ ਕਿ ਕੋਸਟਲੀ ਮੈਥਡ ਜਿਹੜਾ ਹੈਗਾ ਉਹ ਪੈ ਜਾਂਦਾ ਆਪਾਂ ਨੂੰ, ਕਿਉਂਕਿ ਕ੍ਰੀਏਸ਼ਨ ਆਫ ਸੈਪਰੇਟ ਰੂਮਸ, ਡਮੀਜ਼ ਕ੍ਰੀਏਟ ਕਰਨਾ, ਟੈਕਨੀਕਲ ਐਕਸਪਰਟਸ ਨੂੰ ਹਾਇਰ ਕਰਨਾ, ਤਾਂ ਇੱਕ ਐਕਸਪੈਂਸਿਵ ਮੈਥਡ ਜਿਹੜਾ ਹੈਗਾ ਆਪਣੇ ਵਾਸਤੇ ਸਾਬਿਤ ਹੋ ਸਕਦਾ ਹੈ। ਸੋ ਸਮ ਮੈਰਿਟਸ ਐਂਡ ਡੀਮੈਰਿਟਸ ਜਿਹੜੇ ਕਿ ਤੁਸੀਂ ਆਪਣੇ ਰੀਡ ਆਊਟ ਕਰ ਲੈਣੇ ਆ। ਬਾਕੀ ਟ੍ਰੇਨਿੰਗ ਤੋਂ ਬਾਅਦ ਮੈਨੂੰ ਤੁਹਾਨੂੰ ਕਿਹਾ ਸੀ ਡਿਵੈਲਪਮੈਂਟ 1 ਮਾਰਕਸ ਔਰ 2 ਮਾਰਕਸ ਦੇ ਲਈ ਥੋੜ੍ਹਾ ਜਿਹਾ ਰੀਡ ਆਊਟ ਕਰਕੇ ਚੱਲਣਾ ਆਪਣਾ। ਤਾਂ ਡਿਵੈਲਪਮੈਂਟ ਦਾ ਮਤਲਬ ਕੀ ਹੈ ਕਿ ਓਵਰਆਲ ਸਕਿੱਲਸ ਆਪਾਂ ਕਿਸੇ ਵਿਅਕਤੀ ਦੀ ਜਿਹੜੀ ਹੈਗੀ ਉਹ ਕੀ ਕਰ ਰਹੇ ਹਾਂ, ਇਨਹਾਂਸ ਕਰ ਰਹੇ ਹਾਂ, ਤਾਂ ਕਿ ਉਹਦੀ ਆਲ ਰਾਊਂਡ ਪਰਫਾਰਮੈਂਸ ਜਿਹੜੀ ਹੈਗੀ ਨਿਕਲ ਕੇ ਬਾਹਰ ਆਵੇ, ਠੀਕ ਹੈ। ਤਾਂ ਇਸ ਨੂੰ ਆਪਾਂ ਨਾਮ ਦੇ ਰਹੇ ਆਪਣੀ ਡਿਵੈਲਪਮੈਂਟ ਦਾ। ਬਾਕੀ ਕੁਛ ਇੱਕ ਦੋ ਸ਼ਾਰਟ ਟੌਪਿਕਸ, ਜਿਵੇਂ ਇਸ 'ਚ ਪਰਫਾਰਮੈਂਸ ਅਪਰੇਜ਼ਲ ਦਾ ਹੋ ਗਿਆ, ਸ਼ਾਰਟ ਕੁਐਸਚਨ ਆਪਣੇ ਕੋਲ ਬਣ ਜਾਂਦਾ, ਵਟ ਡੂ ਯੂ ਮੀਨ ਬਾਈ ਪਰਫਾਰਮੈਂਸ ਅਪਰੇਜ਼ਲ, ਠੀਕ ਹੈ। ਤਾਂ ਟ੍ਰੇਨਿੰਗ ਲੈਣ ਤੋਂ ਬਾਅਦ ਜਦੋਂ ਵਰਕਰਸ ਐਕਚੁਅਲ ਵਰਕਿੰਗ ਇਨਵਾਇਰਮੈਂਟ 'ਚ ਕੰਮ ਕਰਨ ਵਾਸਤੇ ਆਉਂਦੇ ਆ ਤਾਂ ਉਹਨਾਂ ਦੀ ਪਰਫਾਰਮੈਂਸ ਨੂੰ ਕੀਤਾ ਜਾਂਦਾ, ਮੇਜਰ ਕੀਤਾ ਜਾਂਦਾ, ਤਾਂ ਇਹ ਚੈੱਕ ਕੀਤਾ ਜਾਂਦਾ ਕਿ ਟ੍ਰੇਨਿੰਗ ਲੈਣ ਤੋਂ ਬਾਅਦ ਇਹਨਾਂ ਦੀ ਪਰਫਾਰਮੈਂਸ 'ਚ ਅਗਰ ਫਰਕ ਪੈ ਰਿਹਾ ਹੈਗਾ, ਠੀਕ ਹੈ ਨਾ, ਇਹਨਾਂ ਦੀ ਐਫੀਸ਼ੀਐਂਸੀ ਇੰਕਰੀਜ਼ ਹੋਈ ਹੈ, ਬੇਸਿਕਲੀ ਉਸੀ ਪ੍ਰੋਸੈਸ ਨੂੰ ਆਪਾਂ ਨਾਮ ਦੇ ਦਿੰਦੇ ਹਾਂ ਆਪਣੇ ਪਰਫਾਰਮੈਂਸ ਅਪਰੇਜ਼ਲ ਦਾ ਨਾਮ ਦੇ ਦਿੰਦੇ ਹਾਂ, ਠੀਕ। ਤਾਂ ਇਸ ਨੂੰ ਸ਼ਾਰਟ ਦੇ ਲਈ ਆਪਣਾ ਰੀਡ ਆਊਟ ਕਰ ਲਿਓ।
ਬਾਕੀ ਇਸ ਤੋਂ ਬਾਅਦ ਇਸ ਚੈਪਟਰ ਦੇ ਵਿੱਚ ਆਪਾਂ ਨੂੰ ਫਾਲਤੂ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ। ਸਿਰਫ ਜਿੰਨਾ ਕੁ ਟੌਪਿਕ ਸਮਝਾਇਆ ਇਹਨਾਂ 5 ਪੁਆਇੰਟਸ ਦੇ ਨਾਲ इसनू बस अपना गो थ्रू कर लेना बुक चो एक बार, ठीक है। रैसट नवा चैप्टर जोड़ा आप अगली वीडियो च लेके आवांगे। तद तक ਜਿਹੜੇ ਟੌਪਿਕਸ ਮੈਂ ਤੁਹਾਨੂੰ ਕਵਰ ਕਰਵਾਈ ਜਾਂਦਾ ਉਹਨਾਂ ਦੀ ਵੀਡੀਓਜ਼ ਨੂੰ ਜਿਹੜਾ ਕਿ ਚੰਗੀ ਤਰ੍ਹਾਂ ਰਿਵਾਈਜ਼ ਕਰੀ ਜਾਓ, ਤਾਂ ਕਿ ਐਗਜ਼ਾਮਸ ਤੋਂ ਕੁਝ ਦਿਨ ਪਹਿਲਾਂ ਤੁਹਾਨੂੰ ਕੋਈ ਦਿੱਕਤ ਜਿਹੜੀ ਹੈਗੀ ਫੇਸ ਨਾ ਕਰਨੀ ਪਵੇ। ਔਰ ਤੁਸੀਂ ਉਸ ਟਾਈਮ ਜਿਹੜਾ ਹੈਗਾ ਸਿਰਫ ਸਿੰਗਲ ਸ਼ੀਟ ਨੋਟਸ ਨੂੰ ਆਪਣੇ ਹੱਥ 'ਚ ਲੈ ਕੇ ਬੈਠੇ ਰਹੋ, ਜਿਹਦੇ ਨਾਲ ਸਿਰ ਤੁਸੀਂ ਆਪਣੇ ਪੁਆਇੰਟਸ ਨੂੰ ਇੱਕ ਵਾਰ ਕੀ ਕਰਨਾ, ਮੈਮੋਰਾਈਜ਼ ਕਰਨਾ, ਠੀਕ। ਸੋ ਚੈਪਟਰ ਜਿਹੜਾ ਹੈਗਾ ਉਹ ਈਜ਼ੀ ਹੈ, ਬਸ ਥੋੜੀ ਪ੍ਰੈਕਟੀਕਲ ਗੱਲਾਂ ਹੈਗੀਆਂ ਜਿਹੜੀ ਕਿ ਤੁਹਾਨੂੰ ਪੜ੍ਹਨੀ ਹੈ ਔਰ ਉਸ ਤੋਂ ਬਾਅਦ ਐਗਜ਼ਾਮ 'ਚ ਜਾ ਕੇ ਜਿਹੜਾ ਹੈਗਾ ਉਸ ਨੂੰ ਲਿਖ ਦੇਣਾ, ਠੀਕ। ਚਲੋ ਮਿਲਦੇ ਹਾਂ ਨੈਕਸਟ ਵੀਡੀਓ 'ਚ।